खबरां ते पैनी निगाह रखदा, हर खबर दी पुणछाण करके उसदी तह तक पहुंचदा, हर एक खबर पिछे चलदी असल कहानी दा सच सामने लैके आउंदा, राजनीति दी हरेक रणनीति तो जाणू करवाउंदा, सिस्टम विच पसरे भ्रिष्टाचार नूं उजागर करदा, धन कुबेरां, गैर समाजी तत्तां, प्रशासनिक अधिकारियां ते सियासतदानां दे गठजोड़ दा पर्दाफाश करदा, तत्थां सहित सही अते सटीक विश्लेषण पेश करदा। यह है टीवी पंजाबी दुनिया, अपनी बोली अपना मान। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਹਾਜ਼ਰ ਹੋ ਗਏ ਜੀ। ਮੈਂ ਤੇ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਫੈਸਰ ਜਗੀਰ ਸਿੰਘ ਕਾਲੋ ਹਰੀ ਕਰਦੇ ਹਾਂ ਕੁਝ ਇੱਕ ਗੱਲਾਂ ਤੇ ਚਰਚਾ। ਸਭ ਤੋਂ ਪਹਿਲਾਂ ਤਾਂ ਪੈਸਾ ਸਾਹਿਬ ਤੁਹਾਡਾ ਸ਼ੁਕਰੀਆ ਜੀ, ਧੰਨਵਾਦ ਤੁਸੀਂ ਆਏ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ। ਬਹੁਤ ਮਿਹਰਬਾਨੀ ਜੀ। ਪੈਸਾ ਸਾਹਿਬ ਮਹਿੰਗਾਈ ਨੇ ਕਚੂੰਬਰ ਕੱਢਿਆ ਪਿਆ, ਸਾਰਾ ਬਹਾਨਾ ਲੱਗ ਰਿਹਾ ਯੂਕਰੇਨ ਯੁੱਧ, ਰਸ਼ੀਆ ਤੇ ਯੂਕਰੇਨ ਦਾ ਯੁੱਧ। ਕੀ ਮਹਿੰਗਾਈ ਦਾ ਸੋਲ ਕਾਰਨ ਇੱਕੋ ਹੀ ਆ ਜੀ ਕਿ ਚਲੋ ਆਇਲ ਮੰਨਿਆ ਜਾਂ ਕੁਝ ਇੱਕ ਚੀਜ਼ਾਂ ਮੰਨੀਆਂ, ਵੈਸੇ ਫੂਡ ਦੀ ਕਹਿ ਰਹੇ ਆ ਕਿ ਇਸ ਵੇਲੇ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਕਿੱਲਤ ਆ। ਆਪਾਂ ਕਦੀ ਉੱਦਾਂ ਸੋਚਿਆ ਨਹੀਂ ਸੀ ਕਿ ਯੂਕਰੇਨ ਇੰਨੀ ਜ਼ਿਆਦਾ ਮਾਤਰਾ 'ਚ ਵੀਟ, ਆਪਾਂ ਤਾਂ ਇਹੋ ਹੀ ਸੁਣਦੇ ਆਏ ਅਮਰੀਕਾ ਸਰਪਲਸ ਜਿਹੜੀ ਆ ਵੀਟ ਪੈਦਾ ਕਰਦਾ ਤੇ ਦੁਨੀਆ ਭਰ 'ਚ ਸਪਲਾਈ ਹੁੰਦੀ ਆ। ਪਰ ਹੁਣ ਇਹ ਹੋ ਰਿਹਾ ਕਿ ਮੈਂ ਦੇਖ ਰਿਹਾ ਸੀਗਾ ਕਿ 8 ਕਰੋੜ ਦੇ ਕਰੀਬ ਵਰਲਡ 'ਚ ਲੋਕ ਜਿਹੜੇ ਆ ਉਹ ਇਸ ਵੇਲੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ। BBC ਜੋ ਤਸਵੀਰਾਂ ਦਿਖਾ ਰਿਹਾ ਔਰ ਨਿੱਕੇ ਨਿੱਕੇ ਬੱਚਿਆਂ ਦੀਆਂ ਪਸਲੀਆਂ ਤੁਸੀਂ ਗਿਣ ਸਕਦੇ ਹੋ, ਇੰਨੀ ਜ਼ਿਆਦਾ ਬੁਰੀ ਹਾਲਤ ਹੈ, ਉਹਨਾਂ ਕੋਲ ਕੁਛ ਨਹੀਂ ਆ ਖਾਣ ਨੂੰ। ਸੋ ਇਹ ਸਾਰਾ ਕੁਝ ਹੁਣ ਆਪਾਂ ਭਾਂਡਾ ਯੂਕਰੇਨ ਤੇ ਰਸ਼ੀਆ ਦੇ ਯੁੱਧ ਤੇ ਹੀ ਭੰਨ ਸਕਦੇ ਹਾਂ, ਜਾਂ ਫਿਰ ਇਹ ਕਾਰਪੋਰੇਟ ਦਾ ਕੋਈ ਗਿਣਿਆ ਮਿਥਿਆ ਪ੍ਰੋਗਰਾਮ ਹੁੰਦਾ ਆ। ਚਲੋ ਯੁੱਧ ਬਹਾਨਾ ਬਣ ਗਿਆ, ਕੁਝ ਕਾਰਨ ਹੋ ਵੀ ਸਕਦਾ ਕਿ ਹੋਏ, ਪਰ ਸਾਰਾ ਸੋਲ ਇੱਕੋ ਹੀ ਗੱਲ ਕਹਿ ਦੇਣੀ ਕਿ ਯੂਕਰੇਨ ਯੁੱਧ ਕਰਕੇ ਹੋ ਰਿਹਾ, ਮਹਿੰਗਾਈ ਦਾ ਬਹੁਤ ਬੁਰਾ ਹਾਲ ਹੋ ਰਿਹਾ। ਪੰਜਾਬੀ ਦਾ ਇੱਕ ਕਰੂੜ ਮੁਹਾਵਰਾ ਹੈਗਾ ਜੀ, ਖੂਚ ਪਿਆ ਵੈੜਕਾ ਖੱਸੀ ਕਰ ਲੋ। ਹੁਣ ਜੰਗ ਲੱਗੀ ਆ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੰਗ ਵੀ ਇੱਕ ਕਾਰਨ ਜਿਹੜੀ ਆ ਉਹ ਹੈ ਜਾਂ ਹੋ ਸਕਦੀ ਆ, ਪਰ ਇੰਨੀ ਮਹਿੰਗਾਈ ਵਧਣੀ ਜਿਹੜੀ ਆ ਇਹ ਕਾਰਪੋਰੇਟ ਜਗਤ ਦੀ, ਕਿਉਂਕਿ ਕਾਰਪੋਰੇਟ ਜਗਤ ਕੀ ਆ, ਬਾਣੀਆਂ ਜਿਹਨੇ ਹਰ ਗੱਲ ਦੇ ਵਿੱਚੋਂ ਆਪਣਾ ਲਾਭ ਢੂੰਡਣਾ। ਤੇ ਤੁਹਾਨੂੰ ਪਤਾ ਆ ਕਿ ਤੁਸੀਂ ਇੰਡੀਆ ਦੇ ਵਿੱਚ ਜਿਹੜਾ 65 ਦੇ ਨਾਲ ਪਾਕਿਸਤਾਨ ਦੀ ਤੇ ਇੰਡੀਆ ਦੀ ਲੜਾਈ ਹੋਈ, 71 'ਚ ਹੋਈ, ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਫਿਰ ਬਲੈਕ ਵਿੱਚ ਮਿਲਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ ਜੀ। ਛੋਟੇ ਪੱਧਰ ਤੇ ਜਿਹੜਾ ਬਾਣੀਆਂ ਉਹ ਇਸ ਕਿਸਮ ਦੀ ਕਾਰਵਾਈ ਕਰਦਾ ਆ, ਤੇ ਵੱਡੇ ਪੱਧਰ ਤੇ ਵੀ ਜਿਹੜਾ ਬਾਣੀਆਂ ਆ ਨਾ ਜੀ ਉਹ ਇਸ ਕਿਸਮ ਦੀ ਕਾਰਵਾਈ ਜ਼ਰੂਰ ਕਰਦਾ ਆ। ਇਹ ਠੀਕ ਆ ਕਿ ਜੰਗ ਦਾ ਅਸਰ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਪਰ ਜੇ ਇਹ ਸਮਝਿਆ ਜਾਵੇ ਕਿ ਕੇਵਲ ਤੇ ਕੇਵਲ ਜੰਗ ਲੱਗਣ ਕਰਕੇ ਹੀ ਇੰਨੀ ਮਹਿੰਗਾਈ ਜਿਹੜੀ ਉਹ ਦੁਨੀਆ ਵਿੱਚ ਹੋਈ ਆ, ਤਾਂ ਇਹ ਪੂਰਾ ਸੱਚ ਨਹੀਂ ਹੈ। ਇਹਦੇ ਵਿੱਚ ਜਿਹੜੀ ਬਾਣੀਆਂ ਵਿਰਤੀ ਆ, ਬਾਣੀਆਂ ਪ੍ਰਵਿਰਤੀ ਆ ਜਿਹੜੀ ਕਾਰਪੋਰੇਟ ਜਗਤ ਦੀ, ਉਹ ਵੀ ਇੱਕ ਵੱਡਾ ਕਾਰਕ ਹੈਗਾ, ਵੱਡਾ ਕਾਰਨ ਆ। ਸੋ ਇਸ ਕਰਕੇ ਜਿੱਥੇ ਜਿਹੜੀ ਜੰਗ ਹੈਗੀ ਆ ਉਹ ਮਨੁੱਖਾਂ ਦਾ ਘਾਣ ਕਰਦੀ ਆ, ਉੱਥੇ ਨਾਲ ਦੀ ਨਾਲ ਇਹ ਜਿਹੜੇ ਧਨ ਕੁਬੇਰ ਨੇ, ਜਿਹੜੇ ਕਾਰਪੋਰੇਟ ਜਗਤ ਵਾਲੇ ਨੇ, ਉਹ ਵੀ ਲੋਕਾਂ ਦਾ ਕਚੂਮਰ ਇਸ ਤਰੀਕੇ ਨਾਲ ਕੱਢਦੇ ਆ ਕਿ ਹਰ ਚੀਜ਼ 'ਚੋਂ ਉਹ ਮੁਨਾਫਾ ਭਾਲਦੇ ਆ ਔਰ ਮਨਮਰਜ਼ੀ ਦਾ ਮੁਨਾਫਾ ਜਿਹੜਾ ਉਹ ਲੈਣਾ ਸ਼ੁਰੂ ਕਰ ਦਿੰਦੇ ਆ। ਤੇ ਤੁਸੀਂ ਠੀਕ ਕਿਹਾ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ, ਜਿੱਦਾਂ ਦੀ ਗਿਣਤੀ ਤੁਸੀਂ 8 ਕਰੋੜ ਦੱਸੀ ਆ, ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ। ਇਹਦੇ ਵਿੱਚ ਦੋਨੇ ਹੀ ਕਾਰਨ ਨੇ, ਜੰਗ ਵੀ ਆ ਤੇ ਕਾਰਪੋਰੇਟ ਜਗਤ ਦੀ ਜਿਹੜੀ ਬਦਨੀਤੀ ਆ ਉਹ ਵੀ ਹੈ ਜੀ। ਜੀ ਅੱਛਾ, ਖਾਸ ਕਰਕੇ ਚਲੋ ਮੈਂ ਜਿੱਦਾਂ ਕੀਤਾ ਕਿ ਫੂਡ ਦੀ ਕਮੀ ਜਿਹੜੀ ਆ ਦੁਨੀਆ ਭਰ ਵਿੱਚ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ। ਮੈਂ ਜਿਵੇਂ ਜ਼ਿਕਰ ਕਰ ਰਿਹਾ, BBC ਦੀ ਰਿਪੋਰਟ ਹੈ ਕਿ 8 ਕਰੋੜ ਲੋਕ ਜਿਹੜੇ ਆ ਉਹ ਬਹੁਤ ਵੱਡੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ। ਤੇ ਅਸੀਂ 21ਵੀਂ ਸਦੀ 'ਚ ਜੀ ਰਹੇ ਹਾਂ, ਬੜਾ ਸੁਣਦੇ ਆਏ ਹਾਂ, ਗਲੋਬਲ ਵਿਲੇਜ ਹੋ ਗਈ ਦੁਨੀਆ, 1 ਸੈਕਿੰਡ 'ਚ ਕਿਤੇ ਦੁੱਖ ਸੁੱਖ ਤੇ ਅਸੀਂ ਭਾਈਵਾਲ ਬਣ ਜਾਂਦੇ ਹਾਂ, ਇੰਨਾ ਕੁਝ ਹੋ ਗਿਆ। ਤੇ ਕਿਉਂ ਦੁਨੀਆ ਇਗਨੋਰ ਕਰੀ ਬੈਠੀ ਆ ਕਿ ਇੱਕ ਪਾਸੇ ਇੰਨਾ ਫੂਡ ਸਰਪਲਸ ਆ, ਸਾਡਾ ਕੈਨੇਡਾ ਨੰਬਰ 1 ਆ ਫੂਡ ਦੀ ਵੇਸਟੇਜ ਕਰਨ 'ਚ ਵਰਲਡ 'ਚ, ਜਿਹੜਾ ਅਸੀਂ ਫੂਡ ਬਰਬਾਦ ਕਰਦੇ ਹਾਂ ਤੇ ਡਸਟਬਿਨ 'ਚ ਜਾਂਦਾ ਹੈ। ਤੇ ਦੂਜੇ ਪਾਸੇ ਹਾਲਾਤ ਇਹ ਆ ਕਿ
ਕੁਝ ਕੰਟਰੀ ਤੇ ਹੈ ਜਿੱਦਾਂ ਭਾਰਤ, ਪਾਕਿਸਤਾਨ, ਲੰਕਾ 'ਚ ਵੀ ਬਹੁਤ ਬੁਰੀ ਹਾਲਤ ਆ, ਜਿੱਥੇ ਗਰੀਬੀ ਮੀਰੀ ਦਾ ਪਾੜਾ ਬੜਾ ਹੈ ਤੇ ਗਰੀਬ ਲੋਕਾਂ ਵੱਲ ਕੋਈ ਧਿਆਨ ਨਹੀਂ। ਪਰ ਪੂਰੇ ਦਾ ਪੂਰਾ ਕੰਟੀਨੈਂਟ ਕੋਈ ਭੁੱਖਮਰੀ ਦਾ ਸ਼ਿਕਾਰ ਹੋ ਜਾਵੇ, ਜਿਵੇਂ ਆਪਾਂ ਅਫਰੀਕਨ ਕੰਟੀਨੈਂਟ ਦੀ ਗੱਲ ਕਰਦੇ ਹਾਂ, ਉਹਦੇ ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਦਾ ਕਦੀ ਕੋਈ ਜ਼ਿਕਰ ਵੀ ਨਹੀਂ ਕਰਦਾ, ਤੇ ਉਹਨਾਂ ਲੋਕਾਂ ਲਈ ਇਸ 21ਵੀਂ ਸਦੀ ਦੇ ਕੀ ਮਾਇਨੇ ਹੋਏ ਔਰ ਦੁਨੀਆ ਦੇ ਗਲੋਬਲ ਵਿਲੇਜ ਦੇ ਕੀ ਮਾਇਨੇ ਹੋਏ ਜੇ ਉਹਨਾਂ ਦੀ ਹੈਲਪ ਲਈ ਕਿਸੇ ਨੇ ਪਹੁੰਚਣਾ ਹੀ ਨਹੀਂ। ਤਾਂ ਨਿੱਕੇ ਨਿੱਕੇ ਬੱਚੇ, ਜਿਵੇਂ ਮੈਂ ਦੱਸਿਆ, ਤੁਸੀਂ ਦੇਖਦੇ ਹੋ ਤੇ ਉਹ ਜਿਵੇਂ ਮਤਲਬ ਕੀ ਸ਼ਬਦ ਮੈਂ ਵਰਤਾਂ ਵੀ ਉਹਨਾਂ ਦੀ ਤੁਸੀਂ ਪਸਲੀਆਂ ਗਿਣ ਸਕਦੇ ਹੋ, ਇੰਨੀ ਬੁਰੀ ਹਾਲਤ ਹੈ। ਪਿੰਜਰ ਵਰਗੇ ਹੋਏ ਪਏ। ਹਾਂਜੀ। ਸੋ ਜਿਹੜਾ ਇਹ ਗਲੋਬਲ ਵਿਲੇਜ ਦਾ ਨਾਰਾ ਤੇ 21ਵੀਂ ਸਦੀ ਦਾ ਨਾਰਾ, ਦੁਨੀਆ ਦਾ ਬੜੀ ਤਰੱਕੀ ਕਰਨ ਦੀ ਗੱਲ, ਔਰ ਕਮਿਊਨੀਕੇਸ਼ਨ ਸਿਸਟਮ 'ਚ ਇੰਨਾ ਜ਼ਿਆਦਾ ਆ ਗਿਆ ਕਿ ਆਪਾਂ 1 ਸੈਕਿੰਡ 'ਚ ਪਹੁੰਚ ਸਕਦੇ ਹਾਂ, ਦੂਜੇ ਦੀ ਹੈਲਪ ਕਰ ਸਕਦੇ ਹਾਂ, ਤੇ ਕਿਉਂ ਦੁਨੀਆ ਇੰਨੀ ਕਰੂਅਲ ਕਿਉਂ ਹੋ ਰਹੀ ਆ? ਗਲੋਬਲ ਵਿਲੇਜ ਜਿਹੜਾ ਜੀ ਉਹ ਕਾਰਪੋਰੇਟ ਜਗਤ ਲਈ ਆ, ਧਨ ਕੁਬੇਰਾਂ ਲਈ ਆ, ਕਿ ਉਹ ਦੂਜੇ ਦੇਸ਼ਾਂ ਦੇ ਧਰਤੀ ਦੇ ਉੱਤੇ ਜਿਹੜੇ ਧਰਤੀ ਦੇ ਵਿੱਚ ਜਿਹੜੇ ਖਣਿਜ ਪਦਾਰਥ ਨੇ, ਜਿਹੜੇ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਉਂਦੇ ਆ, ਉਹਨਾਂ 'ਤੇ ਕਬਜ਼ਾ ਕਰਨ ਲਈ, ਉਹਨਾਂ ਨੂੰ ਐਕਸਪਲਾਇਟ ਕਰਨ ਲਈ ਇਹ ਗਲੋਬਲ ਵਿਲੇਜ ਹੈ। ਗਲੋਬਲ ਵਿਲੇਜ ਦਾ ਅਸਲ ਤਾਂ ਮਾਇਨਾ ਇਹੋ ਹੀ ਹੋਣਾ ਚਾਹੀਦਾ ਜਿਹੜਾ ਤੁਸੀਂ ਕਹਿ ਰਹੇ ਆ, ਕਿ ਜਿੱਥੇ ਕਿਤੇ ਕੋਈ ਦੁੱਖ ਹੈ ਉਹ ਦੂਜੇ ਜਿਹੜੇ ਆ ਉਹ ਵੰਡਾਉਣ, ਦੁੱਖ ਸੁੱਖ ਦੇ ਸਾਥੀ ਬਣਨ ਜਿਹੜੇ ਧਰਤੀ 'ਤੇ ਰਹਿਣ ਵਾਲੇ ਲੋਕ ਨੇ। ਪਰੰਤੂ ਇਹ ਐਸਾ ਹੋ ਨਹੀਂ ਰਿਹਾ। ਉਹਦਾ ਕਾਰਨ ਇਹ ਆ ਕਿ ਜਿਹੜਾ ਕਾਰਪੋਰੇਟ ਜਗਤ ਆ ਉਹਨੇ ਪੈਸਾ ਇੰਨਾ ਪ੍ਰਦਾਨ ਕਰ ਦਿੱਤਾ ਕਿ ਬੰਦੇ ਨੂੰ ਬੰਦਾ ਰਹਿਣ ਹੀ ਨਹੀਂ ਦਿੱਤਾ। ਬੰਦੇ ਨੂੰ ਬੰਦਾ ਜਦੋਂ ਰਹਿਣ ਦਿੱਤਾ ਜਾਏਗਾ, ਜਦੋਂ ਬੰਦਾ ਬੰਦੇ ਬਾਰੇ ਸੋਚੇਗਾ, ਤਾਂ ਫਿਰ ਇਹ ਜਿਹੜੀ ਗੱਲ ਹੈ ਕਿ ਉਹ ਭੁੱਖਮਰੀ ਬਾਰੇ ਸੋਚੇ ਜਾਂ ਜਿਹੜੇ ਦੁੱਖਾਂ ਬਾਰੇ ਸੋਚੇ। ਉਹਦੇ ਵਿੱਚ ਕੇਵਲ ਤੇ ਕੇਵਲ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਨੇ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸਿੱਖਾਂ ਦੀ, ਸਿੱਖ ਭਾਈਚਾਰੇ ਦੀ ਸੰਸਥਾ ਜਿਹੜੀ ਆ ਖਾਲਸਾ ਏਡ, ਖਾਲਸਾ ਏਡ ਇੱਕ ਕ੍ਰੈਡੀਟੇਬਲ, ਜਿਹਦੀ ਕ੍ਰੈਡੀਬਿਲਿਟੀ ਆ, ਇੱਕ ਆਰਗੇਨਾਈਜੇਸ਼ਨ ਆ ਵਰਲਡ ਦੇ ਵਿੱਚ, ਜਿਹੜੀ ਜਿੱਥੇ ਕੋਈ ਜੰਗ ਲੱਗਦਾ, ਜਿੱਥੇ ਕੋਈ ਹੜ੍ਹ ਆਉਂਦੇ ਆ, ਜਿੱਥੇ ਕੋਈ ਭੁੱਖਮਰੀ ਹੁੰਦੀ ਆ, ਉੱਥੇ ਉਹ ਜਾਂਦੇ ਹੈਗੇ ਆ। ਬਾਕੀ ਕੋਈ ਸੰਸਥਾ ਜਿਹੜੀ ਆ, ਉਹ ਭਾਵੇਂ UNO ਹੋਵੇ, ਭਾਵੇਂ UNO ਨਾਲ ਸੰਬੰਧਿਤ ਸੰਸਥਾਵਾਂ ਹੋਣ, ਤੇ ਭਾਵੇਂ ਦੁਨੀਆ ਦੇ ਵੱਖਰੇ ਵੱਖਰੇ ਧਰਮਾਂ ਦੇ ਲੋਕ ਇਹ ਦਾਅਵਾ ਕਰਦੇ ਹੋਣ ਭਈ ਅਸੀਂ ਜੀ ਬੜੇ ਮਨੁੱਖਵਾਦੀ ਆ, ਅਸੀਂ ਮਨੁੱਖ ਦਾ ਭਲਾ ਚਾਹੁੰਦੇ ਆ, ਤੇ ਉਹ ਬਹੁਤੇ ਜਿਹੜੇ ਧਰਮ ਹੈਗੇ ਆ, ਬਹੁਤੇ ਜਿਹੜੇ ਦੇਸ਼ ਹੈਗੇ ਆ, ਬਹੁਤੀਆਂ ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਆ, ਉਹਨਾਂ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਹੈ। ਇਹ ਉਹ ਸੋਚ ਜਿਹੜੀ ਆ, ਜਿਹਨੂੰ ਆਪਾਂ ਮਨੁੱਖਵਾਦੀ ਸੋਚ ਕਹਿੰਦੇ ਆ, ਹਿਊਮਨਟੇਰੀਅਨ ਜਿਹੜੀ ਸੋਚ ਹੈਗੀ ਆ, ਉਹ ਕਿਉਂਕਿ ਮਾਈਨਸ ਹੋ ਗਈ ਆ। ਸਾਰਾ ਬੰਦਾ ਜਿਹੜਾ ਹੈਗਾ, ਬੰਦੇ ਨੂੰ ਬੰਦਾ ਬਣਨ 'ਤੇ ਜ਼ੋਰ ਲਾਉਣ ਦੀ ਬਜਾਏ ਬੰਦੇ ਨੂੰ ਇੱਕ ਮਸ਼ੀਨ ਬਣਾਉਣ 'ਤੇ ਜ਼ੋਰ ਲਾਇਆ ਗਿਆ ਹੈਗਾ ਕਿ ਵੱਧ ਤੋਂ ਵੱਧ ਇਹ ਪੈਸੇ ਧੇਲੇ ਨਾਲ ਬੱਝਾ ਰਵੇ, ਤੇ ਜਿਹੜੀਆਂ ਮੁਨਾਫਾ ਕਮਾਉਣ ਵਾਲੀਆਂ ਸੰਸਥਾਵਾਂ ਆ ਉਹ ਇਹਨੂੰ ਵਰਤ ਕੇ ਇਹਨੂੰ ਇੱਕ ਟੂਲ ਦੇ ਤੌਰ 'ਤੇ ਉੱਤੇ ਵਰਤਣ, ਇਹਨੂੰ ਬੰਦਾ ਨਾ ਬਣਨ ਦੇਣ। ਸੋ ਇਹ ਜਿਹੜਾ ਕੈਪੀਟਲਿਸਟ ਵਰਲਡ ਆ, ਜਿੱਥੇ ਪੈਸਾ ਪ੍ਰਧਾਨ ਆ, ਜਿਹੜਾ ਕਾਰਪੋਰੇਟ ਵਰਲਡ ਆ, ਉਹਦੇ ਵਿੱਚ ਤੁਸੀਂ ਦੇਖੋ, ਅਸੀਂ ਫਿਊਡਲ ਕੰਟਰੀ ਦੇ ਵਿੱਚੋਂ ਆਏ ਆ, ਜਿਨ੍ਹਾਂ ਦੇ ਵਿੱਚ ਡੋਮੀਨੇਟਿੰਗ ਕਲਚਰ ਜਿਹੜਾ ਹੈਗਾ ਉਹ ਫਿਊਡਲ ਆ। ਇੰਡੀਆ 'ਚ ਵੀ, ਪਾਕਿਸਤਾਨ 'ਚ ਵੀ, ਯਾਨੀ ਸਾਊਥ ਏਸ਼ੀਆ ਸਾਰੇ 'ਚ ਹੀ। ਉਹਦੇ ਵਿੱਚ ਬੰਦਾ ਬੰਦੇ ਦੇ ਕੰਮ ਆਉਂਦਾ ਆ, ਬੰਦਾ ਬੰਦੇ ਦੀ ਲੋੜ ਆ, ਤੇ ਰਿਸ਼ਤੇ ਨਾਤੇ ਜਿਹੜੇ ਆ ਉਹਨਾਂ 'ਚ ਵੀ ਚਾਚੇ ਤਾਏ ਮਾਮੇ ਨਾਨੇ ਸਾਰੇ ਜਿਹੜੇ ਆ ਉਹ ਲੋੜ ਪੈਣ 'ਤੇ ਇੱਕ ਦੂਜੇ ਦੀ ਮਦਦ ਕਰਦੇ ਆ। ਪਰੰਤੂ ਜਿਉਂ-ਜਿਉਂ ਜਿਹੜਾ ਫਿਊਡਲਿਜ਼ਮ ਹੈਗਾ ਉਹ ਕੈਪੀਟਲਿਜ਼ਮ ਦੇ ਵਿੱਚ ਤਬਦੀਲ ਹੁੰਦਾ ਆ, ਤਾਂ ਇਹ ਰਿਸ਼ਤਿਆਂ ਦੀ ਜਿਹੜੀ ਧਾਰ ਆ ਉਹ ਬਦਲਦੀ ਰਹਿੰਦੀ ਆ, ਸ਼ਿੱਦਤ ਬਦਲਦੀ ਰਹਿੰਦੀ ਆ। ਔਰ ਉਹਦੇ ਵਿੱਚ ਮੈਂ ਸਮਝਣਾ ਵੀ ਇਹੀ ਮੁੱਖ ਕਾਰਨ ਆ ਕਿ ਕੈਪੀਟਲਿਜ਼ਮ ਦਾ, ਕਾਰਪੋਰੇਟ ਜਗਤ ਦਾ, ਇਹਦੇ ਵਿੱਚ ਰਹਿਣ ਵਾਲੇ ਬੰਦੇ ਦਾ ਐਟੀਟਿਊਡ ਇਹ ਆ ਕਿ ਮੈਨੂੰ ਕੀ ਲੱਗੇ, ਗੁਆਂਢੀ ਬਿਮਾਰ ਆ ਮੈਨੂੰ ਕੀ, ਗੁਆਂਢੀ ਨੂੰ ਕੋਈ ਦੁੱਖ ਤਕਲੀਫ ਆ ਮੈਨੂੰ ਕੀ। ਇਹ ਜਿਹੜਾ ਮੈਨੂੰ ਕੀ ਆ ਜੀ, ਇਹਨੇ ਬੰਦੇ ਨੂੰ, ਬੰਦਾ ਉਂਝ ਹੀ ਸੁਭਾਅ ਦੇ ਤੌਰ 'ਤੇ ਵੀ ਸੈਲਫਿਸ਼ ਆ, ਤੇ ਇਹਨੂੰ ਹੋਰ ਸੈਲਫਿਸ਼ ਬਣਾ ਦਿੱਤਾ ਹੈਗਾ। ਇਸ ਕਰਕੇ ਮੈਂ ਸਮਝਣਾ ਵੀ ਇਹ ਦੁਨੀਆ ਦੇ ਵਿੱਚ ਜਿਹੜੀ ਭੁੱਖਮਰੀ ਆ, ਮਹਾਮਾਰੀ ਆ,
ਉਹਦੇ ਲਈ ਜੇ ਦੂਜੇ ਦੇਸ਼ਾਂ ਦੇ ਲੋਕ ਉਹਨਾਂ ਦੇ ਦੁੱਖਾਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਇਹਦਾ ਕਾਰਨ ਇਹ ਆ ਕਿ ਬੰਦੇ ਨੂੰ ਬੰਦਾ ਨਹੀਂ ਬਣਾਇਆ ਗਿਆ ਜੀ। ਜੀ ਅੱਛਾ ਭਾਈ ਸਾਹਿਬ, ਖਾਸ ਕਰਕੇ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਨੇ, ਵੈਸੇ ਤਾਂ ਜਿਹੜੀਆਂ ਆਪਾਂ ਸਬਜ਼ੀ ਵਗੈਰਾ ਜੋ ਕੁਝ ਵੀ ਆਪਾਂ ਲੈ ਰਹੇ ਹਾਂ, ਆਪਣੀ ਬਹੁਤੀ ਡਿਪੈਂਡੈਂਸੀ ਤੁਹਾਨੂੰ ਪਤਾ ਕੈਲੀਫੋਰਨੀਆ ਅਮਰੀਕਾ 'ਤੇ ਆ, ਫਰੂਟ ਦੀ ਅਤੇ ਇਹਨਾਂ ਚੀਜ਼ਾਂ ਦੀ। ਹਾਂ ਹੁਣ ਸੀਜ਼ਨ ਆ ਰਿਹਾ ਆ, ਕੁਝ ਨਾ ਕੁਝ ਇੱਥੇ ਵੀ ਹੋਏਗਾ, ਗਰਮੀਆਂ 'ਚ ਕੁਝ ਇੱਕ ਤਾਜ਼ਾ ਸਬਜ਼ੀਆਂ ਮਿਲ ਜਾਂਦੀਆਂ ਨੇ, ਪਰ ਮਹਿੰਗਾਈ ਇੰਨੀ ਜ਼ਿਆਦਾ ਆ। ਅਤੇ ਦੂਜੇ ਪਾਸੇ ਆਇਲ ਜਿਹੜਾ ਗੈਸ ਆ, ਗੈਸ ਕਿਉਂਕਿ ਆਪਾਂ ਇੱਥੇ ਹਰ ਵਿਅਕਤੀ ਨੂੰ ਸਵੇਰੇ ਉੱਠਦਿਆਂ ਹੀ ਪਹਿਲਾਂ ਗੈਸ ਭਰਾਉਣ ਦੀ ਫਿਕਰ ਹੁੰਦੀ ਆ ਵੀ ਸਵੇਰੇ ਮੈਂ ਜਾਣਾ ਕੰਮ 'ਤੇ ਗੈਸ ਪਵਾ ਕੇ ਜਾਣੀ ਆ, ਅਤੇ 1.7 ਤੱਕ ਤੇ ਟੱਚ ਕੀਤੀ ਹੋਈ ਸੀਗੀ। ਅਤੇ ਅੱਜ ਦੀਆਂ ਖਬਰਾਂ ਇਹ ਆ ਕਿ ਕੱਲ੍ਹ ਜਦੋਂ ਆਪਾਂ ਸਵੇਰੇ ਉੱਠਾਂਗੇ 1.85 ਤੋਂ ਪਲੱਸ ਜਿਹੜੀ ਆ ਉਹ ਸਾਨੂੰ ਗੈਸ ਹਰ ਜਗ੍ਹਾ ਮਿਲੇਗੀ। ਸੋ ਗੈਸ ਨੇ ਇੱਕ ਚੁੰਬਰ ਕੱਢਿਆ ਹੋਇਆ, ਵੇਜਸ ਫਰੀਜ਼ ਨੇ ਉਹ ਕੋਈ ਵੱਧ ਨਹੀਂ ਰਹੀਆਂ, ਅਤੇ ਖਾਸ ਕਰਕੇ ਜਿਹੜੇ ਹੋਰ ਕਈ ਲੋਕ ਜਿਹੜੇ ਪੈਨਸ਼ਨਰ ਨੇ ਓਲਡ ਏਜ, ਉਹਨਾਂ ਦਾ ਵੀ ਕੋਈ ਬਹੁਤਾ ਵਧੀਆ ਹਾਲ ਨਹੀਂ ਆ। ਹਾਂ ਮੈਂ ਸਮਝਦਾ ਹਾਂ ਕਿ ਜਿਹੜੇ ਇੱਥੋਂ ਦੇ ਬੋਰਨ ਲੋਕ ਨੇ ਉਹ ਪੈਨਸ਼ਨ 'ਤੇ ਨੇ, ਉਹਨਾਂ ਦਾ ਕੰਫਰਟੇਬਲ ਕੋਈ ਗੁਜ਼ਾਰਾ ਹੈ। ਜਿਹੜੇ ਇਮੀਗ੍ਰੈਂਟ ਲੋਕ ਆਉਂਦੇ ਆ ਉਹਨਾਂ ਦੀ 1/4 ਕਰੀਬ ਦੇ ਪੈਨਸ਼ਨ ਬਣਦੀ ਆ 1100-1200, ਉਹ ਵੀ ਜੇ ਕੋਈ ਮਾੜਾ ਮੋਟਾ ਕੰਮ ਕਰਦੇ ਹੋਣ ਤਾਂ ਉਹ ਕੱਟਿਆ ਜਾਂਦਾ ਉਹਦੇ 'ਚੋਂ, ਅਤੇ ਉਹ ਹੋਰ ਘੱਟ ਜਾਂਦੀ ਆ। ਅਤੇ ਜੇ ਕੋਈ ਰੋਲ ਇਹ ਬੰਦਾ ਸੋਚੇ ਕਿ ਮੈਂ ਆਪਣੀ ਪੈਨਸ਼ਨ 'ਤੇ ਗੁਜ਼ਾਰਾ ਕਰ ਲੂੰਗਾ, ਈਵਨ ਦੋਵਾਂ ਜੀਆਂ ਦੀ ਵੀ ਲੱਗੀ ਹੋਵੇ, ਅਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦੌਰ 'ਚੋਂ ਆਪਣੀ ਗਰੋਸਰੀ ਤੋਂ ਇਲਾਵਾ ਕੋਈ ਹੋਰ ਕੰਮ ਕਰ ਸਕਦੇ ਹੋਣ। ਤੁਸੀਂ ਗਿੱਲ ਸਾਹਿਬ ਪੈਨਸ਼ਨਰਾਂ ਦੀ ਹਾਲਤ ਦੀ ਗੱਲ ਕਰਦੇ ਹੋ, ਤੁਸੀਂ ਜਿਹੜੇ ਰੈਗੂਲਰ ਕੰਮ ਕਰਨ ਵਾਲੇ ਆ ਜਿਨ੍ਹਾਂ ਨੂੰ $14-15 ਘੰਟੇ ਦੀ ਵੇਜ ਮਿਲਦੀ ਆ, ਅਤੇ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਸਵੇਰੇ ਸਭ ਤੋਂ ਪਹਿਲਾਂ ਜਿਹੜੀ ਗੈਸ ਆ ਉਹ ਗੱਡੀਆਂ 'ਚ ਭਰਾਈ ਜਾਂਦੀ ਆ, ਜਾਂ ਸਵੇਰੇ ਦੀ ਬਜਾਏ ਵੀ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਭਰਾ ਲਈ ਜਾਂਦੀ ਆ। ਤੇ ਉਹ ਤੁਸੀਂ ਦੇਖੋ ਪਹਿਲਾਂ ਕਿੱਥੇ ਤਾਂ $1 ਤੋਂ ਘੱਟ ਹੁੰਦੀ ਸੀਗੀ, ਯਾਨੀ ਸੈਂਟਾਂ ਦੇ ਵਿੱਚ ਹੁੰਦੀ ਸੀਗੀ, 90 ਸੈਂਟ ਹੋ ਗਏ, 95 ਸੈਂਟ ਹੋ ਗਏ। ਹਾਂਜੀ। ਤੇ ਹੁਣ ਉਹ ਜਿਹੜੀ ਆ ਉਹ $2 ਦੇ ਕਰੀਬ ਜਿਹੜੀ ਆ ਉਹ ਚਲੀ ਗਈ, ਲਗਭਗ ਸਮਝ ਲਓ ਵੀ ਦੁੱਗਣੀ ਹੋ ਗਈ। ਤੇ ਜਦੋਂ ਗੈਸ ਦੀਆਂ ਕੀਮਤਾਂ ਵੱਧਦੀਆਂ, ਪੈਟਰੋਲ ਦੀਆਂ ਕੀਮਤਾਂ ਵੱਧਦੀਆਂ, ਤੇ ਫਿਰ ਬਾਕੀ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਉਹ ਆਪਣੇ ਆਪ ਹੀ ਵੱਧ ਜਾਂਦੀਆਂ। ਜਿੱਦਾਂ ਹੁਣ ਮਸਲਨ ਢੋਆ ਢਵਾਈ ਕਰਦੇ ਆ ਟਰੱਕਾਂ ਵਾਲੇ, ਤੇ ਢੋਆ ਢਵਾਈ ਦੇ ਵਿੱਚ ਜਦੋਂ ਡੀਜ਼ਲ ਦੀ ਕੀਮਤ ਵਧੇਗੀ ਤੇ ਨੈਚੁਰਲੀ ਫਿਰ ਉਹਨਾਂ ਦੀ ਜਿਹੜੀ ਢੋਆ ਢਵਾਈ ਦੇ ਖਰਚੇ ਆ, ਰੇਟ ਆ, ਉਹ ਵੀ ਵੱਧ ਜਾਣਗੇ। ਜਦੋਂ ਰੇਟ ਵਧਣਗੇ ਤੇ ਫਿਰ ਜਿਹੜੀਆਂ ਚੀਜ਼ਾਂ ਵਸਤਾਂ ਢੋਈਆਂ ਜਾਂਦੀਆਂ ਆ ਉਹਨਾਂ ਦੇ ਰੇਟ ਵੀ ਵੱਧ ਜਾਣਗੇ। ਸੋ ਇਸ ਤਰੀਕੇ ਨਾਲ ਜਦੋਂ ਕਿਸੇ ਥਾਂ ਤੇ ਵੀ, ਕਿਸੇ ਦੇਸ਼ ਦੇ ਵਿੱਚ ਵੀ ਵਸਤੂਆਂ ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰੀ ਵਸਤੂਆਂ ਆ ਉਹ ਜਦੋਂ ਦੁੱਗਣੇ ਭਾਅ ਤੇ ਹੋ ਜਾਣਗੀਆਂ, ਛਾਲਾਂ ਮਾਰ ਕੇ ਇਦਾਂ ਵੱਧ ਜਾਣਗੀਆਂ, ਤਾਂ ਜਿਹੜੀ ਨਾਰਮਲ ਗਿੱਲ ਸਾਹਿਬ ਜਿਹੜੇ ਬੰਦੇ ਆ ਨਾ ਸਾਡੇ, ਜਿਹੜੇ ਆਮ ਫੈਕਟਰੀਆਂ 'ਚ ਕੰਮ ਕਰਨ ਵਾਲੇ ਆ, ਨੌਕਰੀਆਂ ਕਰਨ ਵਾਲੇ ਆ, ਦਿਹਾੜੀਦਾਰ ਕਾਮੇ ਆ, ਇਹ ਸਾਰਿਆਂ ਦਾ ਸਾਰੇ ਜਿਹੜੇ ਲੋਕ ਆ ਜੀ ਉਹਨਾਂ ਦਾ ਕਚੂਮਰ ਨਿਕਲਿਆ ਪਿਆ ਆ। ਤੇ ਦੂਜੇ ਬੰਨੇ ਤੁਸੀਂ ਇੱਕ ਕੈਟੇਗਰੀ ਪੈਨਸ਼ਨਰਾਂ ਦੀ ਗੱਲ ਕੀਤੀ ਆ, ਉਹਨਾਂ ਲਈ ਤੇ ਤੰਗੀ ਹੈ ਹੀ ਆ। ਜਿਹੜੇ ਵਿਦਿਆਰਥੀ ਇੱਥੇ ਆਏ ਹੈਗੇ ਆ ਦੂਜੇ ਦੇਸ਼ਾਂ ਤੋਂ, ਖਾਸ ਕਰਕੇ ਭਾਰਤ ਤੋਂ, ਪੰਜਾਬ ਤੋਂ, ਉਹਨਾਂ ਨੂੰ ਸਰਟਨ ਮਤਲਬ ਜਿਹੜਾ ਸਮਾਂ ਆ ਉਹ ਕੰਮ ਕਰਨ ਲਈ ਮਿਲਦਾ ਹੈਗਾ, ਔਰ ਉਹ ਉਹਦੇ ਤੋਂ ਵੱਧ ਵੀ ਕੈਸ਼ 'ਤੇ ਕੰਮ ਕਰਕੇ ਗੁਜ਼ਾਰਾ ਕਰਨ ਦਾ ਯਤਨ ਕਰਦੇ ਨੇ। ਤੇ ਹੁਣ ਜਦੋਂ ਉਹਨਾਂ ਨੂੰ ਕਿਤੇ ਕੰਮ ਨਹੀਂ ਮਿਲੇਗਾ, ਉਹਨਾਂ ਦੇ ਜਿਹੜੇ ਖਰਚੇ ਆ ਉਹ ਵਧਣਗੇ, ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਵੀ ਦੁੱਬਰ ਹੋਏਗੀ। ਸੋ ਇਹ ਇੱਕ ਬੜਾ ਵੱਡਾ ਮਸਲਾ ਆ ਜੀ, ਨਾ ਕੇਵਲ ਪੈਨਸ਼ਨਰਾਂ ਦੀ ਬਲਕਿ ਸਮੁੱਚੇ ਤੌਰ 'ਤੇ। ਥੋੜ੍ਹਾ ਜਿਹਾ ਜਿਹੜੇ ਸਹਿੰਦੇ ਲੋਕ ਹੈਗੇ ਆ, ਜਿਨ੍ਹਾਂ ਕੋਲ ਪੂੰਜੀ ਜਮ੍ਹਾਂ ਹੈਗੀ ਆ, ਉਹਨਾਂ ਦੀ ਗੱਲ ਤੁਸੀਂ ਛੱਡ ਦਿਓ, ਤੇ ਆਮ ਲੋਕ ਜਿਹੜੇ ਆ ਜੀ ਉਹ ਮਹਿੰਗਾਈ ਦੀ ਮਾਰ ਦੇ ਵਿੱਚ ਤਰਾਹ ਕਰ ਰਹੇ ਨੇ। ਕੋਈ ਚੀਜ਼ ਜਿਹੜੀ ਆ ਉਹ ਜਿੱਦਾਂ ਪੰਜਾਬੀ 'ਚ ਕਹੀਦਾ ਕਿ ਹੱਥ ਨਹੀਂ ਲਾਉਣ ਦਿੰਦੀ, ਤੇ ਬੜੀ ਦੁੱਬਰ ਜ਼ਿੰਦਗੀ ਜਿਹੜੀ ਆ ਜੀ ਉਹ, ਜੇ ਕੈਨੇਡਾ ਦੇ ਲੋਕ ਇਸ ਕਿਸਮ ਦੀ ਜ਼ਿੰਦਗੀ ਜੀ ਰਹੇ ਆ ਤੇ ਬਾਕੀਆਂ ਦਾ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਆ। ਅੱਛਾ, ਘਰਾਂ ਦੀ ਕੀਮਤ ਬਾਰੇ ਸੋਚਿਆ ਜਾ ਰਿਹਾ ਸੀਗਾ ਕਿ ਬੈਂਕ ਦੇ ਇੰਟਰਸਟ ਰੇਟ ਵਧਣ ਨਾਲ ਕੰਟਰੋਲ ਹੋ ਜਾਣੀ ਆ। ਪਿੱਛੇ ਖਬਰ ਆਈ ਕਿ 5% ਡਿਕਰੀਜ਼ ਹੋਈ ਆ, ਪਰ ਅੱਜ ਜਿਹੜੀ ਤਾਜ਼ਾ ਰਿਪੋਰਟ ਆਈ ਆ ਪਹਿਲੇ 3 ਮਹੀਨਿਆਂ ਦੀ ਜਿਹੜੀ ਆ ਰੀਅਲ ਸਟੇਟ ਓਕਵਿਲ, ਬਰੈਂਪਟਨ, ਮਿਸੀਸਾਗਾ
28% ਪਹਿ 3 ਮਹੀਨਿਆਂ ਦੇ ਵਿੱਚ ਉਹਦਾ ਜਿਹੜਾ ਉਹ ਰੇਜ਼ ਹੋਈ ਹੈ ਜੀ 28%। ਤੇ ਦੂਜੇ ਪਾਸੇ 1% ਇੱਕਦਮ ਵੱਧ ਗਿਆ ਇੰਟਰਸਟ ਰੇਟ। ਤੇ ਮੈਨੂੰ ਲੱਗਦਾ ਹੈ ਕਿ ਹਾਲਾਤ ਹੁਣ ਆਮ ਲੋਕਾਂ ਦੇ ਹੋਰ ਵੀ ਔਖੇ ਹੋ ਜਾਣੇ ਆ। ਬਿੱਲ ਪੇ ਕਰਨ ਵਾਲੀ ਜਿਹੜੀ ਗੁੰਜਾਇਸ਼ ਆ ਉਹ ਵੀ ਨਿਕਲਦੀ ਜਾ ਰਹੀ ਆ ਲੋਕਾਂ ਦੇ ਵਾਸਤੇ। ਦੇਖੋ ਜਿਹੜੀ ਹਾਊਸਿੰਗ ਮਾਰਕੀਟ ਆ ਨਾ ਉਹਦੇ 'ਚ ਜਿਵੇਂ ਤੁਸੀਂ ਦੱਸ ਰਹੇ ਆ ਭਈ 3 ਮਹੀਨਿਆਂ ਦੇ ਵਿੱਚ 28% ਕੀਮਤਾਂ ਜਿਹੜੀਆਂ ਉਹ ਵਧੀਆਂ, ਤੇ ਉਹਨਾਂ ਵਿੱਚੋਂ ਜੇ 5% ਆਪਾਂ ਜਿਹੜੀਆਂ ਡਿਕਰੀਜ਼ ਹੋਈਆਂ ਜੇ ਉਹ ਘਟਾ ਵੀ ਲਈਏ ਤੇ 23% ਵਾਧਾ ਤਾਂ ਫਿਰ ਵੀ ਹੈਗਾ ਹੀ ਆ ਨਾ। ਮਤਲਬ ਇਹ ਆ ਕਿ ਆਉਣ ਵਾਲਾ ਜਿਹੜਾ ਟਾਈਮ ਹੈਗਾ ਇਹਦੇ ਵਿੱਚ ਮੈਂ ਕੋਈ ਰੀਅਲ estate ਐਕਸਪਰਟ ਨਹੀਂ ਹੈਗਾ, ਮੈਂ ਸਿਰਫ ਇੱਕ ਕਾਮਨ ਸੈਂਸ ਦੀ ਗੱਲ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ 23% ਵਾਧੇ ਦੇ ਉੱਤੇ ਵੀ ਕੀਮਤਾਂ ਖੜੀਆਂ ਰਹਿੰਦੀਆਂ ਆ, ਕਿਉਂਕਿ ਇਹਦੋਂ ਥੱਲੇ ਬਹੁਤੀਆਂ ਡਿਗਣੀਆਂ ਨਹੀਂ ਗਈਆਂ। ਉਹਦਾ ਕਾਰਨ ਇਹ ਆ ਕਿ ਬਹੁਤ ਸਾਰੇ ਇਮੀਗ੍ਰੈਂਟ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਆ ਰਹੇ ਆ, ਤੇ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਆ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਯੂਕਰੇਨੀਅਨ ਨੇ, ਯੂਕਰੇਨ ਦੇ ਰਹਿਣ ਵਾਲੇ ਲੋਕ ਨੇ, ਉਹ ਵੀ ਕੈਨੇਡਾ ਵੱਲ ਨੂੰ ਆ ਰਹੇ ਨੇ। ਔਰ ਅਦਰਵਾਈਜ਼ ਵੀ ਕੈਨੇਡਾ ਵੱਲ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਫਲੋ ਆ ਉਹ ਬਹੁਤ ਜ਼ਿਆਦਾ ਆ। ਇਸ ਕਰਕੇ ਜਿਨ੍ਹਾਂ ਲੋਕਾਂ ਨੇ ਆਉਣਾ ਆ ਉਹਨਾਂ ਨੇ ਘਰ ਵੀ ਖਰੀਦਣੇ ਆ, ਭਾਵੇਂ ਕਿ ਸਰਕਾਰ ਨੇ ਜਿਹੜੇ ਵਿਦੇਸ਼ੀ ਘਰ ਖਰੀਦਦੇ ਸੀਗੇ, ਫੋਰਨਰ ਜਿਹੜੇ ਘਰ ਖਰੀਦਦੇ ਸੀਗੇ ਉਹਨਾਂ ਦੇ ਉੱਤੇ ਬੈਨ ਵੀ ਲਾਇਆ ਹੈਗਾ, ਪਰ ਉਹਦੇ ਹੋਰ ਕਈ ਤਰੀਕੇ ਨੇ। ਜਿਵੇਂ ਰੀਅਲ estate ਵਾਲੇ ਦੱਸਦੇ ਆ ਕਿ ਜਿਹੜਾ ਇੱਥੋਂ ਦਾ ਬੰਦਾ ਰਹਿਣ ਵਾਲਾ ਉਹਦਾ 1% 2% ਸ਼ੇਅਰ ਪਾ ਕੇ ਤੇ ਕੋਈ ਵੀ ਜਿਹੜਾ ਬਾਹਰਲਾ ਬੰਦਾ ਹੈਗਾ ਉਹ ਘਰ ਖਰੀਦ ਸਕਦਾ ਆ। ਸੋ ਜਿਹੜੀ ਹਾਊਸਿੰਗ ਮਾਰਕੀਟ ਆ ਇਹ ਠੀਕ ਆ ਕਿ ਜਿਹੜੀ ਵਿਆਜ ਦੀ ਦਰ ਵਧੀ ਆ ਉਹਦੇ ਨਾਲ ਮੌਰਗੇਜ ਦੇਣੀ ਜਿਹੜੀ ਆ ਉਹ ਔਖੀ ਹੋਏਗੀ, ਮੁਸ਼ਕਲ ਹੋਏਗੀ, ਮੌਰਗੇਜ ਦੀ ਰਕਮ ਵੱਧ ਜਾਏਗੀ, ਪਰੰਤੂ ਘਰਾਂ ਦੀ ਕੀਮਤ ਬਿਲਕੁਲ ਥੱਲੇ ਆ ਜਾਏਗੀ ਜਾਂ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਘਰ ਹੋ ਜਾਣਗੇ। ਇਹ ਗਿੱਲ ਸਾਹਿਬ ਸੰਭਵ ਨਹੀਂ ਜਾਪਦਾ ਜੀ। ਅੱਛਾ ਬਸ ਸਾਹਿਬ, ਜੇ ਰੂਸ ਦੀ ਤੇ ਯੂਕਰੇਨ ਦੇ ਯੁੱਧ ਦੀ ਆਪਾਂ ਗੱਲ ਕੀਤੀ ਆ ਕਿ ਉਹਦਾ ਦੁਨੀਆ ਭਰ ਦੇ ਉੱਤੇ ਅਸਰਾਤ ਸਾਨੂੰ ਨਜ਼ਰ ਆ ਰਹੇ ਆ, ਦੂਜੇ ਪਾਸੇ ਜਿਸ ਕਦਰ ਤਬਾਹੀ ਹੋ ਰਹੀ ਆ ਤੇ ਜਿਸ ਕਰੂਰਤਾ ਨਾਲ ਰਸ਼ੀਆ ਕਦੀ ਇੱਕ ਪਾਸੇ ਤੋਂ ਕਦੀ ਦੂਜੇ ਪਾਸੇ ਤੋਂ ਆਪਣੇ ਅਟੈਕ ਵਧਾ ਦਿੰਦਾ। ਹੁਣ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਤਾਂ ਉਹ ਪੂਰਬੀ ਪਾਸੇ ਸੀਗਾ ਔਰ ਉਹਨਾਂ ਨੇ ਕਈ ਸ਼ਹਿਰਾਂ ਨੂੰ ਘੇਰ ਛੱਡਿਆ, ਲੋਕਾਂ ਦੀ ਦੁਰਦਸ਼ਾ ਹੋਈ, ਪਰ ਕਬਜ਼ਾ ਨਹੀਂ ਕਰ ਪਾ ਰਿਹਾ। ਹੁਣ ਮਾਰੀਓਪੋਲ ਨੂੰ ਕਿੰਨੇ ਦਿਨਾਂ ਦਾ ਘੇਰਿਆ ਹੋਇਆ ਸੀਗਾ ਕਿ ਉਹਨੂੰ ਕਬਜ਼ਾ ਨਹੀਂ ਕਰ ਸਕੇ, ਕੀਵ ਤੇ ਕਬਜ਼ਾ ਨਹੀਂ ਕਰ ਸਕੇ, ਤੇ ਉਹ ਫਿਰ ਕੀ ਕਰਦੇ ਆ ਕਿ ਇੱਕ ਪਾਸੇ ਛੱਡ ਕੇ ਦੂਜੇ ਪਾਸੇ ਕਰ ਦਿੰਦੇ, ਨਵਾਂ ਸ਼ਹਿਰ ਚੁਣ ਲੈਂਦੇ ਆ। ਤੇ ਹੁਣ ਉਹਨਾਂ ਨੇ ਪੱਛਮੀ ਇਲਾਕੇ ਜਿਹੜੇ ਆ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ, ਤੇ ਲਵੀਵ ਨਾਂ ਦਾ ਸ਼ਹਿਰ ਆ ਕੋਈ ਤੇ ਜਿਹੜਾ ਪਹਿਲਾਂ ਬਚਿਆ ਹੋਇਆ ਸੀ ਇਸ ਯੁੱਧ ਤੋਂ, ਹੁਣ ਉਹ 'ਤੇ ਭਾਰੀ ਬੰਬਾਰੀ ਕੀਤੀ ਜਾ ਰਹੀ। ਯਾਨੀ ਕਿ ਇਹ ਹੁੰਦਾ ਆ ਕਿ ਇੱਕ ਸ਼ਹਿਰ ਮਲੀਆ ਮੇਟ ਕਰਨ ਤੋਂ ਬਾਅਦ ਰੂਸੀ ਫੌਜਾਂ ਦੂਜੇ ਪਾਸੇ ਅਟੈਕ ਕਰ ਦਿੰਦੀਆਂ ਨੇ, ਦੂਜਾ ਸ਼ਹਿਰ ਤਬਾਹ ਹੋ ਜਾਂਦਾ, ਲੋਕ ਮਰ ਰਹੇ ਨੇ, ਬੱਚੇ ਮਰ ਰਹੇ ਨੇ, ਬੁਰੀ ਹਾਲਤ ਹੈ। ਤੇ ਜਿਹੜੇ ਪੱਛਮੀ ਮੁਲਕ ਹੈ ਸਮੇਤ ਕੈਨੇਡਾ ਦੇ, ਪਹਿਲਾਂ ਤਾਂ ਉਹਨਾਂ ਨੇ ਕਾਫੀ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ, ਚੁੱਕ ਚੁਕਾ ਕੇ ਫਸਾਤਾ ਉਹਨਾਂ ਨੂੰ, ਤੇ ਹੁਣ ਹੋਰ ਤੇ ਮੈਨੂੰ ਕੋਈ ਏਡਾ ਬਿਆਨ ਨਜ਼ਰ ਨਹੀਂ ਆ ਰਿਹਾ। ਲਗਾਤਾਰ ਆਪਣੇ ਟਰੂਡੋ ਸਾਹਿਬ ਬੜੇ ਐਕਟਿਵ ਨੇ। ਇੱਕ ਤੇ ਅੱਜ ਉਹਨਾਂ ਦੀ ਖਬਰ ਇਹ ਆਈ ਆ ਕਿ ਜਿਹੜੇ ਪੂਤਨ ਸਾਹਿਬ ਆ ਉਹਨਾਂ ਦੀਆਂ 2 ਅਡਲਟ ਬੇਟੀਆਂ ਨੇ, ਉਹਨਾਂ ਨੂੰ ਬੈਨ ਕਰਤਾ ਜੀ, ਉਹ ਕੈਨੇਡਾ 'ਚ ਨਹੀਂ ਆ ਸਕਦੀਆਂ। ਉਹ ਤਾਂ ਖੈਰ ਇੱਕ ਐਵੇਂ ਸੰਕੇਤਕ ਜੀ ਕਾਰਵਾਈ ਆ। ਪਰ ਦੂਜੇ ਪਾਸੇ ਨੈਸ਼ਨਲ ਪੋਸਟ ਨੇ ਖਬਰ ਲਾਈ ਆ ਕਿ ਹੈਵੀ ਆਰਟਿਲਰੀ ਤੇ ਰਾਕਟ ਉਹ ਜਿਹੜੇ ਆ ਕੈਨੇਡਾ ਦੇਣ ਜਾ ਰਿਹਾ ਯੂਕਰੇਨ ਨੂੰ। ਕੀ ਜੇ ਨਾਟੋ ਦਾ ਮੈਂਬਰ ਨਹੀਂ ਆ ਤੇ ਕੋਈ ਕੰਟਰੀ ਇੱਦਾਂ ਸਿੱਧੇ ਤੌਰ ਤੇ ਇੱਦਾਂ ਦੀ ਮਦਦ ਕਰ ਸਕਦਾ ਡਿਕਲੇਅਰ ਕਰਕੇ? ਇਹਦੇ ਬਾਰੇ ਤਾਂ ਜਿਹੜੇ ਇੰਟਰਨੈਸ਼ਨਲ ਰੂਲਸ ਹੈਗੇ ਆ ਉਹਨਾਂ ਨੂੰ ਵੀ ਘੋਖਣ ਦੀ ਲੋੜ ਹੈਗੀ ਆ। ਪਰ ਇਹ ਜਿੱਦਾਂ ਅੱਗੇ ਵੀ ਆਪਾਂ ਗੱਲ ਕੀਤੀ ਹੈਗੀ ਆ ਕਿ ਹਥਿਆਰ ਦੇਣੇ, ਭਾਵੇਂ ਉਹ ਹੈਵੀ ਬੰਬਾਰੀ ਕਰਨ ਵਾਲੇ ਹੋਣ ਜਾਂ ਕਿੰਨਾ ਵੀ ਨੁਕਸਾਨ ਕਰਨ ਵਾਲੇ ਹੋਣ, ਇਹ ਦੇਣ ਦੀ ਬਜਾਏ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਇਸ ਜੰਗ ਨੂੰ ਰੋਕਿਆ ਜਾਵੇ। ਕਿਉਂਕਿ ਇਹਦੇ ਵਿੱਚ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਆ, ਯੂਕਰੇਨ ਦੇ ਲੋਕ ਤਾਂ ਬਰਬਾਦ ਹੋ ਰਹੇ ਆ, ਰੂਸ ਦੇ ਲੋਕ ਵੀ ਜਿਹੜੇ ਆ ਉਹ ਦੁਖੀ ਆ, ਤੇ ਜਿਹੜੇ ਇਹਦੇ ਇਨਡਾਇਰੈਕਟ ਪ੍ਰਭਾਵ ਹੈਗੇ ਆ, ਇਨਡਾਇਰੈਕਟ ਕੀ ਡਾਇਰੈਕਟ ਹੀ ਆ, ਕਿ ਜਿਨ੍ਹਾਂ ਦੇ ਵਿੱਚ ਮਹਿੰਗਾਈ ਵਗੈਰਾ ਹੈਗੀ ਆ। ਸੋ ਇਹ ਮੇਰਾ ਖਿਆਲ ਹੈ ਵੀ ਟਰੂਡੋ ਦੀ ਜਿਹੜੀ ਪਾਲਿਸੀ ਆ ਜਾਂ ਜਿਹੜੀ ਹਥਿਆਰ ਦੇਣ ਵਾਲੀ ਗੱਲ ਹੈਗੀ ਆ,
ਇਹ ਉਹਦਾ ਹਿੱਸਾ ਹੀ ਆ ਕਿ ਚੁੱਕ ਚੁਕਾ ਕੇ ਪਹਿਲਾਂ ਲੜਨ ਉਹਨੂੰ ਡਾਹਤਾ ਤੇ ਹੁਣ ਕੋਈ ਉਹਦਾ ਵਾਲੀ ਵਾਰਸ ਨਹੀਂ ਹੈ, ਤੇ ਹਥਿਆਰ ਦੇ ਕੇ ਵੀ ਮੇਰਾ ਖਿਆਲ ਕੋਈ ਬਹੁਤੀ ਲਾਭ ਵਾਲੀ ਗੱਲ ਨਹੀਂ ਹੋ ਸਕਦੀ, ਕਿਉਂਕਿ ਬਰਬਾਦੀ ਜਿਹੜੀ ਹੈਗੀ ਆ ਜਿੱਥੋਂ ਹਥਿਆਰ ਚੱਲਦੇ ਆ ਉਸ ਥਾਂ ਦੀ ਵੀ ਹੁੰਦੀ ਹੈਗੀ ਆ। ਔਰ ਰੂਸ ਨੇ ਪਹਿਲਾਂ ਹੀ ਦਬਾਅ ਜਿਹੜਾ ਉਹ ਯੂਕਰੇਨ ਦੇ ਉੱਤੇ ਕਾਫੀ ਬਣਾਇਆ ਵਾ ਜੀ। ਜੀ ਬਿਲਕੁਲ। ਤੇ ਇੱਕ ਲਾਸਟ ਆਪਾਂ ਖਬਰ ਕਰ ਲਈਏ, ਫਿਰ ਆਪਾਂ ਬ੍ਰੇਕ ਕਰ ਲੈਂਦੇ ਆ। ਸਾਡੇ ਪ੍ਰੋਵਿੰਸ ਦੀਆਂ ਇਲੈਕਸ਼ਨ ਸ਼ੁਰੂ ਹੋ ਗਈਆਂ ਤੇ ਪ੍ਰਚਾਰ ਉਹਨਾਂ ਦਾ ਲਗਭਗ ਕੈਂਡੀਡੇਟ ਜਿਹੜੇ ਆ ਉਹ ਕਰਨਾ ਸ਼ੁਰੂ ਕਰ ਰਹੇ ਆ, ਜਾਂ ਉਹਨਾਂ ਦੀਆਂ ਟੀਮਾਂ ਅੱਜ ਕੱਲ੍ਹ ਤੁਹਾਨੂੰ ਪੰਫਲੇਟ ਵਗੈਰਾ ਦਿੰਦੀਆਂ ਨਜ਼ਰ ਆਉਣਗੀਆਂ ਘਰਾਂ ਦੇ ਵਿੱਚ। ਤੇ ਕੋਈ ਖਾਸ ਏਜੰਡਾ ਇਸ ਪ੍ਰੋਵਿੰਸ਼ੀਅਲ ਜਿਹੜੀ ਮਾਰਕੀਟ ਹੈ ਸੌਰੀ ਇਲੈਕਸ਼ਨ ਹੈ ਇਹਦਾ ਕੀ ਨਜ਼ਰ ਆ ਰਿਹਾ ਕਿ ਇਸ ਵਾਰ ਕੀ ਸਵਾਲ ਨੇ ਜਿਹੜੇ ਲੋਕ ਆਪਣੇ ਕੈਂਡੀਡੇਟ ਨੂੰ ਪੁੱਛਣ? ਇੱਕ ਤਾਂ ਮਹਿੰਗਾਈ ਵਾਲਾ ਮੁੱਦਾ ਤਾਂ ਹੈ ਹੀ, ਜਿਹੜੀਆਂ ਘਰਾਂ ਦੀਆਂ ਕੀਮਤਾਂ ਹਨ ਉਹ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ ਲਗਾਤਾਰ। ਹੋਰ ਵੀ ਕਈ ਐਸੇ ਮਸਲੇ ਆ ਜਿਹੜੇ ਕਮਿਊਨਿਟੀ ਦੇ ਉਹ ਲਗਾਤਾਰ ਇਲੈਕਸ਼ਨਾਂ 'ਚ ਉਭਾਰੇ ਜਾਂਦੇ ਆ, ਜਿਵੇਂ ਬਾਰ-ਬਾਰ ਸਾਡੀ ਆਪਣੀ ਇੰਸ਼ੋਰੈਂਸ ਦਾ ਮੁੱਦਾ ਹਰ ਵਾਰੀ ਇਲੈਕਸ਼ਨ 'ਚ ਉੱਭਰ ਆਉਂਦਾ ਹੈ ਤੇ ਲੋਕੀ ਕਹਿ ਦਿੰਦੇ ਜੀ ਇਹ ਪ੍ਰੋਵਿੰਸ ਦਾ ਮੁੱਦਾ ਨਹੀਂ ਹੈ, ਫੈਡਰਲ ਮੁੱਦਾ, ਫੈਡਰਲ ਵਾਲੇ ਕਹਿੰਦੇ ਪ੍ਰੋਵਿੰਸ ਦਾ ਮੁੱਦਾ, ਪ੍ਰੋਵਿੰਸ ਵਾਲੇ ਕਹਿੰਦੇ ਆ ਜੀ ਇਹ ਆਪਣਾ ਮਿਊਨਿਸਪੈਲਿਟੀ ਦਾ ਮੁੱਦਾ। ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਵੀ ਇਹ ਆਪਣੀ ਰਿਸਪੌਂਸਿਬਿਲਿਟੀ ਕੋਈ ਵੀ ਔਨ ਕਰਨ ਨੂੰ ਤਿਆਰ ਨਹੀਂ, ਇੱਕ ਦੂਜੇ 'ਤੇ ਸ਼ਿਫਟ ਕਰ ਦਿੰਦੇ ਆ। ਭਾਵੇਂ ਕਿਸੇ ਦਾ ਮੁੱਦਾ ਆ, ਸਰਕਾਰ ਤੇ ਇੱਕੋ ਕੰਟਰੀ ਤੇ ਇੱਕ ਆ ਨਾ, ਜੇ ਸਟੇਟ ਦਾ ਮੁੱਦਾ ਆ ਤੇ ਉਹਨੂੰ ਫੈਡਰਲ ਸਪੋਰਟ ਕਰੇ, ਜੇ ਫੈਡਰਲ ਦਾ ਮੁੱਦਾ ਆ ਤੇ ਸਟੇਟ ਉਹਦੇ ਵਿੱਚ ਪਾਰਟਿਸਿਪੇਟ ਕਰਨ। ਤੇ ਕੀ ਕਾਰਨ ਆ ਕਿ ਲੋਕਾਂ ਦੀਆਂ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਟਾਲ ਦਿੱਤਾ ਜਾਂਦਾ? ਗੱਲ ਗਿੱਲ ਸਾਹਿਬ ਇਹ ਹੈਗੀ ਆ ਕਿ ਜਿੱਥੇ ਅਸੀਂ ਰਹਿੰਦੇ ਆ ਨਾ, ਜਿਸ ਪ੍ਰੋਵਿੰਸ ਦੇ ਵਿੱਚ, ਤੇ ਜਿਹੜੇ ਇਲਾਕੇ ਦੇ ਵਿੱਚ ਅਸੀਂ ਰਹਿੰਦੇ ਆ, ਜਿਹੜਾ GTA ਦਾ ਇਲਾਕਾ ਆ, ਗ੍ਰੇਟਰ ਟੋਰਾਂਟੋ ਏਰੀਏ ਦਾ ਇਲਾਕਾ, ਇਹਦੇ ਵਿੱਚ ਬਰੈਂਪਟਨ, ਮਾਲਟਨ ਵਗੈਰਾ ਜਿਹੜੇ ਆ, ਮਿਸੀਸਾਗਾ, ਇਹਨਾਂ 'ਚ ਮੈਜੋਰਟੀ ਜਿਹੜੀ ਹੈਗੀ ਆ ਉਹ ਸਾਊਥ ਏਸ਼ੀਅਨਸ ਦੀ ਹੈਗੀ ਆ, ਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਜਿਹੜੀ ਆ ਬਹੁ ਗਿਣਤੀ ਹੈਗੀ ਆ। ਤੇ ਪੰਜਾਬੀ ਭਾਈਚਾਰਾ ਜਿਹੜਾ ਆ ਉਹ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਇੱਥੇ ਕੰਸੀਡਰੇਸ਼ਨ ਜਿਹੜੀ ਆਮ ਆ ਉਹ ਇਹ ਹੁੰਦੀ ਆ ਕਿ ਇਹ ਆਪਣਾ ਬੰਦਾ ਆ। ਆਪਣੇ ਬੰਦੇ ਦਾ ਮਤਲਬ ਇਹ ਕਿ ਸਾਡੇ ਭਾਈਚਾਰੇ ਦਾ ਬੰਦਾ ਆ, ਇਹ ਸਾਡਾ ਜਿਹੜਾ ਪਿਛੋਕੜ ਆ ਉੱਥੋਂ ਆਇਆ ਹੈਗਾ। ਤੇ ਕੋਈ ਜ਼ਰੂਰੀ ਥੋੜਾ ਗਿੱਲ ਸਾਹਿਬ ਵੀ ਜਿਹੜੇ ਪੰਜਾਬ ਤੋਂ ਆਏ ਆ ਉਹ ਇੱਕੋ ਤਰੀਕੇ ਨਾਲ ਸੋਚਦੇ ਆ। ਸਾਡੇ ਲੋਕ ਇਸ ਗੱਲ ਤੇ ਬੜੇ ਖੁਸ਼ ਹੋ ਜਾਂਦੇ ਆ ਵੀ MPP ਨਾਲ ਮੇਰੀ ਫੋਟੋ ਖਿੱਚੀ ਗਈ ਜੀ, MP ਨਾਲ ਮੇਰੀ ਫੋਟੋ ਖਿੱਚੀ ਗਈ ਜੀ, ਤੇ ਜਿਹੜੇ ਆਪਣੇ ਕੈਂਡੀਡੇਟ ਆ ਜੀ ਉਹਦੇ ਨਾਲ ਮੇਰੀ ਫੋਟੋ ਖਿੱਚੀ ਗਈ, ਮੇਅਰ ਨਾਲ ਫੋਟੋ ਹੋ ਗਈ, ਕਾਉਂਸਲਰ ਨਾਲ ਫੋਟੋ ਹੋ ਗਈ। ਇਹ ਜਿਹੜੀ ਫੋਟੋਬਾਜੀ ਆ ਨਾ, ਇਹ ਸਾਡੇ ਲੋਕਾਂ ਦੀ ਕਮਜ਼ੋਰੀ ਆ, ਔਰ ਇਹਦੇ ਵਿੱਚ ਹੀ ਅਜੇ ਤੱਕ ਲੋਕ ਸਾਡੇ ਫਸੇ ਆ। ਚਾਹੀਦਾ ਇਹ ਆ ਕਿ ਜਿਹੜੇ ਮੁੱਦੇ ਆ, ਜਿੱਦਾਂ ਮਸਲਨ ਭਾਈਚਾਰਾ ਜਿਹੜਾ ਪੰਜਾਬੀਆਂ ਦਾ ਆ, ਇੱਥੇ ਸਾਡੇ ਬੱਚੇ ਇੰਡੀਆ ਤੋਂ ਕਿੰਨੇ ਪੜ੍ਹਨ ਆਉਂਦੇ ਹੈਗੇ ਆ, ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੇ ਆ, ਸਾਡੇ ਪ੍ਰੋਫੈਸ਼ਨਲ ਆਉਂਦੇ ਹੈਗੇ ਆ। ਔਰ ਇੱਥੇ ਦੇਖੋ ਗਿੱਲ ਸਾਹਿਬ ਕਿ ਜਿਹੜੀ ਕੁਆਲੀਫਿਕੇਸ਼ਨ ਕੋਈ ਲੈ ਕੇ ਆਉਂਦਾ ਹੈਗਾ ਆਪਣੇ ਕੰਟਰੀ ਤੋਂ, ਉਹਨੂੰ ਕੋਈ ਮਾਨਤਾ ਹੀ ਨਹੀਂ ਹੈ। ਇੱਥੇ ਡਾਕਟਰ ਜਿਹੜੇ ਹੈਗੇ ਆ ਉਹ ਵਿਚਾਰੇ ਪੀਜ਼ੇ ਵੰਡਦੇ ਫਿਰਦੇ ਆ, ਕੋਈ ਸਿਕਿਉਰਿਟੀ ਕਰਦਾ ਫਿਰਦਾ। ਡਾਕਟਰੀ ਜਿਹੜੀ ਆ ਗਿੱਲ ਸਾਹਿਬ, ਉਹ ਮਨੁੱਖੀ ਸਰੀਰ ਜਿਹੜਾ ਆ, ਜੇ ਕਿਸੇ ਨੇ ਕੋਈ ਸਰਜਨ ਆ, ਕੋਈ ਇੰਡੀਆ ਦਾ ਸਰਜਨ ਆ, ਕੋਈ ਪਾਕਿਸਤਾਨ ਦਾ ਸਰਜਨ ਆ, ਕੋਈ ਹੋਰ ਕੰਟਰੀ ਦਾ ਸਰਜਨ ਆ, ਤੇ ਉਹ ਸਰਜਰੀ ਜੇ ਉਸ ਦੇਸ਼ ਦੇ ਵਿੱਚ ਪੜ੍ਹ ਕੇ ਆਇਆ, ਜੇ ਉਹ ਸਰਜਰੀ ਉੱਥੇ ਕਰਦਾ ਰਿਹਾ, ਤੇ ਕੀ ਇੱਥੇ ਕੈਨੇਡਾ ਦੇ ਵਿੱਚ ਮਨੁੱਖ ਦੇ ਅੰਗ ਜਿਹੜੇ ਆ ਉਹ ਬਦਲ ਗਏ ਆ ਕਿ ਉਹ ਸਰਜਨ ਜਿਹੜਾ ਉਹ ਸਰਜਰੀ ਨਹੀਂ ਕਰ ਸਕੇਗਾ? ਜੇ ਕੋਈ ਉੱਥੋਂ ਨਰਸਿੰਗ ਕਰਕੇ ਆਈ ਆ ਕੁੜੀ, ਉਹਨੇ BSc ਕੀਤੀ ਹੈਗੀ ਆ, ਪੋਸਟ ਗ੍ਰੈਜੂਏਸ਼ਨ ਕੀਤੀ ਆ, ਤੇ ਕੀ ਉਹ ਇੱਥੋਂ ਦੀ ਕੈਨੇਡੀਅਨ ਜਿਹੜਾ ਹੈਲਥ ਸਿਸਟਮ ਹੈ ਉਹਦੇ ਵਿੱਚ ਨਰਸਿੰਗ ਦੀ ਡਿਊਟੀ ਨਹੀਂ ਕਰ ਸਕਦੀ? ਹਾਂ, ਇਹ ਜ਼ਰੂਰ ਆ ਕਿ ਤੁਸੀਂ ਉਹਨਾਂ ਨੂੰ ਕੁਝ ਟ੍ਰੇਨਿੰਗ ਦੇ ਲਓ, ਕੁਝ ਚਿਰ ਲਈ ਉਹਨਾਂ ਨੂੰ ਤੁਸੀਂ ਟ੍ਰੇਨੀ ਰੱਖ ਲਓ, ਉਹਨਾਂ ਨੂੰ ਕੋਈ ਜਿਹੜੇ ਇੱਥੋਂ ਦੇ ਕਾਨੂੰਨ ਆ, ਕੋਈ ਜਿਹੜੇ ਐਥਿਕਸ ਹੈਗੇ ਆ ਉਹ ਪੜ੍ਹਾ ਲਓ। ਪਰੰਤੂ ਬਾਹਰਲੇ ਕੰਟਰੀ ਤੋਂ MD ਕਰਕੇ ਆਏ ਬੰਦੇ ਨੂੰ, ਸਰਜਨ ਦੀ ਜਿਹੜੀ ਸਪੈਸ਼ਲਿਟੀ ਆ ਉਹ ਕਰਕੇ ਆਏ ਬੰਦੇ ਨੂੰ ਤੁਸੀਂ ਉਹਦੇ ਹਾਣ ਦਾ ਜੋਬ ਜੇ ਨਹੀਂ ਦਿੰਦੇ, ਤਾਂ ਇਹ ਮੁੱਦੇ ਜਿਹੜੇ ਆ ਇਹ ਚੋਣਾਂ ਦੇ ਵਿੱਚ ਜ਼ਰੂਰ ਉਠਾਏ ਜਾਣੇ ਚਾਹੀਦੇ ਆ। ਇਹਨੂੰ ਪ੍ਰੋਵਿੰਸ ਟੇਕ ਅਪ ਕਰਦਾ, ਇਹਨੂੰ ਫੈਡਰਲ ਟੇਕ ਅਪ ਕਰਦੀ ਆ ਗੌਰਮੈਂਟ, ਜਾਂ ਇਹਨੂੰ ਸਿਟੀ ਕਰਦੀ ਆ,
ਇਹ ਗੱਲ ਆਪਣੀ ਜਿਹੜੀ ਆ ਜ਼ਰੂਰ ਚੋਣਾਂ ਦੇ ਵਿੱਚ ਪਹੁੰਚਾਉਣੀ ਚਾਹੀਦੀ ਆ। ਇੱਕ ਤਾਂ ਇਹ ਜਿਹੜਾ ਮੁੱਦਾ ਹੈਗਾ ਕਿ ਭਾਈ ਜਿਹੜੀ ਕੁਆਲੀਫਿਕੇਸ਼ਨ ਕੋਈ ਲੈ ਕੇ ਆਇਆ ਹੈਗਾ ਉਹਨੂੰ ਮਾਨਤਾ ਦਿੱਤੀ ਜਾਵੇ। ਇੱਥੋਂ ਦੇ ਐਥਿਕਸ, ਇੱਥੋਂ ਦਾ ਕਾਨੂੰਨ ਪੜ੍ਹਾਉਣ ਲਈ ਉਹਨੂੰ 2-4 ਮਹੀਨੇ ਟ੍ਰੇਨਿੰਗ ਰੱਖਿਆ ਜਾਵੇ, ਉਹਦੇ ਕੋਲ ਉਹਦੇ ਫੀਲਡ ਦਾ ਕੰਮ ਜਿਹੜਾ ਹੈਗਾ ਉਹ ਲਿਆ ਜਾਵੇ। ਹੁਣ ਇੱਥੇ ਸਾਡੇ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਉਹ IT ਕਰਕੇ ਆਏ ਹੈਗੇ ਆ। ਕਿਸੇ ਨੇ BCA ਕੀਤੀ ਆ, ਕਿਸੇ ਨੇ MCA ਕੀਤੀ ਆ, ਕਿਸੇ ਨੇ PGDCA ਕੀਤੀ ਆ। ਤੇ ਉਹ ਮੈਜੋਰਟੀ ਬੱਚੇ ਜਿਹੜੇ ਆ ਉਹ ਕੋਈ ਕਿਸੇ ਮਾਲ ਦੇ ਵਿੱਚ ਕੰਮ ਕਰ ਰਿਹਾ, ਕੋਈ ਸਿਕਿਉਰਿਟੀ ਕਰ ਰਿਹਾ, ਕੋਈ ਹੋਰ ਇਸ ਕਿਸਮ ਦੇ ਜੌਬ ਜਿਹੜੇ ਆ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਜੌਬ ਕਰਨਾ ਮਾੜੀ ਗੱਲ ਹੈਗੀ ਆ, ਕੋਈ ਵੀ ਕੰਮ ਜਿਹੜਾ ਉਹ ਮਾੜਾ ਨਹੀਂ ਹੈ, ਪਰੰਤੂ ਜਿਹੜੀ ਕਿਸੇ ਦੀ ਯੋਗਤਾ ਆ, ਜਿਹੜਾ ਕੋਈ ਸਕਿਲਡ ਬੰਦਾ ਆ। ਇਸੇ ਤਰ੍ਹਾਂ ਡਾਕਟਰ ਸਾਹਿਬ ਸਾਡੇ ਜਿਹੜੇ ਪ੍ਰੋਫੈਸ਼ਨਲ ਨੇ, ਜਿਨ੍ਹਾਂ ਦੇ ਵਿੱਚ ਡਾਕਟਰ ਨੇ, ਇੰਜੀਨੀਅਰ ਨੇ, ਚਾਰਟਰਡ ਅਕਾਊਂਟੈਂਟ ਨੇ, ਉਹਨਾਂ ਦੀ ਕੈਟੇਗਰੀ ਸੱਦਣ ਦੀ ਜਿਹੜੀ ਆ ਉਹ ਡਿਲੇ ਕੀਤੀ ਹੈਗੀ ਆ। ਬੜੇ ਦੇਰ ਤੋਂ ਉਹਨਾਂ ਨੂੰ ਸੱਦਿਆ ਨਹੀਂ ਜਾ ਰਿਹਾ। ਉਹ ਵਿਚਾਰੇ ਜਿਹੜੇ ਆ ਉਹ ਕਿੱਥੇ ਦੇ, ਉਹਨਾਂ ਨੇ ਇੱਥੇ ਕੰਟਰੀ ਦੇ ਵਿੱਚ ਆ ਕੇ ਆਪਣੀ ਜਿਹੜੀ ਸਕਿੱਲ ਹੈਗੀ ਆ ਉਹਦੀ ਪ੍ਰੋਜੈਕਸ਼ਨ ਕਰਨੀ ਆ, ਔਰ ਕਿੱਥੇ ਉਹ ਵਿਚਾਰੇ ਜਿਹੜੇ ਆ ਉਹ ਧੱਕੇ ਖਾ ਰਹੇ ਆ। ਤੇ ਕਈਆਂ ਦਾ ਹਾਲ ਇਹ ਆ ਬਈ ਉਹਨਾਂ ਨੂੰ ਦਸੰਬਰ 2022 ਤੱਕ ਵਾਪਸ ਮੁੜਨਾ ਪੈਣਾ। ਉਹ ਹੁਣ ਵਾਪਸ ਜਾ ਕੇ ਕੀ ਕਰਨਗੇ? ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਮੁੱਦੇ ਜਿਹੜੇ ਆ ਕਿ ਤੁਸੀਂ ਵਰਕਰਸ ਲਈ ਜਿਹੜਾ ਉਹ ਜੌਬਸ ਲਈ ਇੱਥੇ ਖੋਲ੍ਹੇ ਆ, ਉਹਨਾਂ ਨੂੰ ਵੈਲਕਮ ਕਰਦੇ ਆ। ਤੇ ਜਿਹੜੇ ਆਪਣੇ ਪ੍ਰੋਫੈਸ਼ਨਲਸ ਨੇ ਉਹਨਾਂ ਲਈ ਵੀ ਇਹ ਜ਼ਰੂਰੀ ਆ ਕਿ ਉਹਨਾਂ ਲਈ ਵੀ ਤੁਸੀਂ ਰਸਤਾ ਖੋਲ੍ਹੋ। ਸੋ ਇਸ ਕਿਸਮ ਦੇ ਮੁੱਦੇ ਜਿਹੜੇ ਆ ਉਹ ਜ਼ਰੂਰ ਜਿਹੜੀ ਪ੍ਰੋਵਿੰਸ ਦੀ ਇਲੈਕਸ਼ਨ ਆ, ਜੇ ਉਹ ਕਹਿਣ ਭਈ ਇਹ ਜੀ ਸਾਡਾ ਮੁੱਦਾ ਨਹੀਂ ਹੈ, ਇਹ ਸਿਟੀ ਦਾ ਮੁੱਦਾ ਆ, ਤੇ ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਸਿਟੀ ਕੋਲੇ ਟੇਕ ਅਪ ਕਰੋ। ਜੇ ਕੋਈ ਕਹੇ ਵੀ ਇਹ ਤਾਂ ਫੈਡਰਲ ਮੁੱਦਾ ਹੈ ਜੀ, ਤੇ ਤੁਸੀਂ ਭਾਈ ਫੈਡਰਲ ਕੋ ਟੇਕ ਅਪ ਕਰੋ। ਤੁਹਾਨੂੰ ਟੇਕ ਅਪ ਕਰਨ ਤੋਂ ਥੋੜਾ ਕੋਈ ਰੋਕਦਾ ਹੈਗਾ ਕਿ ਤੁਸੀਂ ਉਹ ਗੱਲ ਹੀ ਨਾ ਕਰ ਸਕੋ। ਸੋ ਇਹ ਜਿਹੜੀ ਇੰਸ਼ੋਰੈਂਸ ਦੀ ਗੱਲ ਕੀਤੀ ਆ, ਬਰੈਂਪਟਨ ਦੇ ਵਿੱਚ ਤਾਂ ਜਿਹੜਾ ਸਾਡਾ ਜਿਪ ਕੋਡ ਆ ਉਹਦੇ ਮੁਤਾਬਕ ਇੰਸ਼ੋਰੈਂਸ ਘਟਦੀ ਵੱਧਦੀ ਆ, ਘਟਦੀ ਕਿੱਥੇ ਆ। ਤੇ ਹਰ ਵਾਰੀ ਮੈਨੂੰ 10-11 ਸਾਲ ਹੋ ਗਏ ਆ, ਹਰ ਵਾਰੀ ਜਦੋਂ ਕੋਈ ਚੋਣ ਆਉਂਦੀ ਆ ਇਹ ਮੁੱਦਾ ਉੱਠਦਾ, 2-4 ਦਿਨ ਗੱਲ ਹੁੰਦੀ ਆ ਤੇ ਮੁੜ ਕੇ ਜੀ ਇਹ ਬਹਾਨਾ ਲਾਤਾ ਜਾਂਦਾ ਕਿ ਦੇਖੋ ਜੀ ਇਹਨਾਂ ਦੀ ਲੌਬੀ ਆ ਜੀ, ਇਹ ਲੌਬੀਆਂ ਕਰ ਲੈਂਦੇ ਆ ਜੀ। ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆ, ਜਾਂ ਜਿਹੜੇ ਵੋਟਰ ਆ ਉਹ ਆਪਣੇ ਉਮੀਦਵਾਰਾਂ ਨੂੰ ਪੁੱਛਣ ਭਈ ਕੈਨੇਡਾ ਦੇ ਵਿੱਚ ਹੀ ਕੁਝ ਸੂਬੇ ਨੇ ਜਿਨ੍ਹਾਂ ਦੇ ਵਿੱਚ ਇੰਸ਼ੋਰੈਂਸ ਜਿਹੜੀ ਆ ਉਹ ਪਬਲਿਕ ਸੈਕਟਰ 'ਚ ਆ। ਬਿਲਕੁਲ। ਔਰ ਇੱਥੋਂ ਨਾਲੋਂ ਬੜੇ ਘੱਟ ਰੇਟ ਦੇ ਉੱਤੇ ਮਿਲਦੀ ਆ, ਔਰ ਉਹਦੇ ਵਿੱਚ ਬਹੁਤ ਇਨਸਾਫ ਜਿਹੜਾ ਹੈਗਾ ਉਹ ਇੰਸ਼ੋਰੈਂਸ ਜਿਨ੍ਹਾਂ ਦੀ ਹੋਈ ਆ ਉਹਨਾਂ ਨੂੰ ਮਿਲਦਾ ਆ। ਇੱਥੇ ਤਾਂ ਤੁਹਾਨੂੰ ਪਤਾ ਗਿੱਲ ਸਾਹਿਬ, ਗੱਡੀ ਦੀ ਇੰਸ਼ੋਰੈਂਸ ਤੁਸੀਂ ਕਰਾਈ ਆ, ਤੁਹਾਡੇ ਕੋਈ ਗੱਡੀ ਨਾਲ ਗੱਡੀ ਵੱਜ ਗਈ, ਕੋਈ ਐਕਸੀਡੈਂਟ ਹੋ ਗਿਆ, ਕੁਝ ਵੀ ਹੋ ਗਿਆ, ਤੇ ਪਹਿਲਾ ਕੰਮ ਇਹ ਆ ਜੀ ਸਲਾਹ ਵੀ ਤੁਸੀਂ ਨਾ ਇਹ ਇੰਸ਼ੋਰੈਂਸ ਕੋਲ ਨਾ ਜਾਓ, ਰੇਟ ਵੱਧ ਜਾਣਾ, ਬਾਰ-ਬਾਰ ਹੀ ਕਰ ਲਓ ਤੇ ਇੱਕ ਦੂਜੇ ਦਾ ਹਰਜਾਨਾ ਜਿਹੜਾ ਉਹ ਭਰ ਦਿਓ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਜ਼ਰੂਰ ਉਠਾਉਣੀਆਂ ਚਾਹੀਦੀਆਂ। ਸਾਡੇ ਬਰੈਂਪਟਨ ਦੇ ਵਿੱਚ ਹੈਲਥ ਦਾ ਮੁੱਦਾ ਹੈਗਾ, ਐਜੂਕੇਸ਼ਨ ਦਾ ਮੁੱਦਾ ਆ। ਇੱਥੇ ਕੋਈ ਯੂਨੀਵਰਸਿਟੀ ਹੈ ਨਹੀਂ, ਇੱਥੇ ਅਜੇ ਐਲਾਨ ਭਾਵੇਂ ਹੋਏ ਆ, ਯੂਨੀਵਰਸਿਟੀ ਦਾ ਵੀ ਐਲਾਨ ਹੋਇਆ, ਹਸਪਤਾਲ ਦਾ ਵੀ ਐਲਾਨ ਹੋਇਆ। ਸੋ ਮੈਂ ਸਮਝਣਾ ਵੀ ਇਹਨਾਂ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਜਦੋਂ ਉਮੀਦਵਾਰ ਆਉਂਦੇ ਆ ਉਹਨਾਂ ਨੂੰ ਇਹ ਸਵਾਲ ਕੀਤੇ ਜਾਣੇ ਚਾਹੀਦੇ ਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਦੱਸੋ ਜੀ ਤੁਸੀਂ ਕੀ ਕਰੋਗੇ, ਤੁਸੀਂ ਹੁਣ ਤੱਕ ਕੀ ਕੀਤਾ ਆ, ਤੁਸੀਂ ਚੋਣ ਲੜਨ ਲੱਗੇ ਹੋ ਤਾਂ ਕਾਹਦੇ ਲਈ ਲੜਨ ਲੱਗੇ ਹੋ, ਤੁਹਾਡਾ ਮਕਸਦ ਕੀ ਆ। ਇਹ ਨਾ ਵੇਖੀਏ ਵੀ ਇਹ ਸਾਡੇ ਭਾਈਚਾਰੇ ਦਾ ਜੀ, ਇਹ ਸਾਡਾ ਵਾਕਬਿਆ ਜੀ, ਇਹ ਸਾਡੇ ਕਿਸੇ ਰਿਸ਼ਤੇਦਾਰ ਨੇ ਇਹਨੂੰ ਰੈਫਰ ਕੀਤਾ। ਇੱਦਾਂ ਦੀਆਂ ਗੱਲਾਂ ਮੇਰਾ ਖਿਆਲ ਛੱਡਣੀਆਂ ਪੈਣਗੀਆਂ, ਫਿਰ ਕੋਈ ਭਲੇ ਦੀ ਗੱਲ ਹੋ ਸਕਦੀ ਆ। ਤੇ ਜਿੱਦਾਂ ਸਾਡੀ ਕਮਿਊਨਿਟੀ ਦੀ, ਮੈਂ ਮਾਫ ਕਰਨਾ ਕਿ ਆਪਣੀ ਕਮਿਊਨਿਟੀ ਦੀ ਆਪ ਹੀ ਗੱਲ ਕਰ ਰਿਹਾ, ਪਰ ਜਿਹੜੀ ਕਮਜ਼ੋਰੀ ਆ ਉਹ ਤਾਂ ਸਾਨੂੰ ਆਪਣੀ ਕਮਿਊਨਿਟੀ ਦੀ ਕਮਜ਼ੋਰੀ ਵੀ ਤੇ ਸਾਹਮਣੇ ਲਿਆਉਣੀ ਚਾਹੀਦੀ ਆ ਜੀ। ਕਿ ਫੋਟੋ ਖਿਚਾ ਕੇ ਜੇ ਤੁਸੀਂ ਆਪਣੇ ਡਰਾਇੰਗ ਰੂਮ 'ਚ ਲਾ ਲੋਗੇ, ਉਹਦੇ ਨਾਲ ਨਾ ਤੁਹਾਡੀ ਇੰਸ਼ੋਰੈਂਸ ਘਟਣੀ ਆ, ਨਾ ਮਹਿੰਗਾਈ ਘਟਣੀ ਆ,
ਨਾ ਤੁਹਾਡੀਆਂ ਹੈਲਥ ਸਰਵਿਸਿਜ਼ ਬੈਟਰ ਹੋਣੀਆਂ, ਨਾ ਐਜੂਕੇਸ਼ਨ ਸਰਵਿਸਿਜ਼ ਬੈਟਰ ਹੋਣੀਆਂ, ਨਾ ਤੁਹਾਡੀ ਕੁਆਲਿਟੀ ਆਫ ਲਾਈਫ ਬੈਟਰ ਹੋਣੀ ਆ, ਨਾ ਤੁਹਾਡੇ ਜਿਹੜੇ ਡਰਾਈਵੇ ਆ ਉਹਨਾਂ 'ਚੋਂ ਗੱਡੀਆਂ ਚੋਰੀ ਕਰਨ ਹੋਣੋਂ ਹਟਣੀਆਂ ਆ, ਨਾ ਉਹਨਾਂ ਦੇ ਵਿੱਚੋਂ ਚੀਜ਼ਾਂ ਚੋਰੀ ਹੋਣੋਂ ਹਟਣੀਆਂ ਆ। ਸੋ ਮੈਂ ਇਹ ਮਹਿਸੂਸ ਕਰਦਾ ਗਿੱਲ ਸਾਹਿਬ ਕਿ ਇਹ ਮਸਲੇ ਟੇਕਅਪ ਕਰਨੇ ਚਾਹੀਦੇ ਆ। ਕੋਈ ਰਿਸ਼ਤੇਦਾਰੀ, ਕੋਈ ਵਾਕਬੀ ਇਹਦੇ ਵਿੱਚ ਆੜੇ ਨਹੀਂ ਆਉਣੀ ਚਾਹੀਦੀ ਜੀ। ਅੱਛਾ, ਮੌਸਮ ਬੜੀ ਝਕਾਨੀ ਦੇ ਵਾਪਸ ਆਉਂਦਾ ਜੀ। ਕੱਲ ਅਚਾਨਕ ਰਾਤ ਨੂੰ ਸਨੋ ਪੈ ਗਈ ਤੇ ਹੁਣ ਅੱਜ ਸ਼ਾਮ ਦੀ ਵਿੰਡ 80 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਚੱਲ ਰਹੀ ਆ, ਜਿਹੜਾ ਪੂਰੇ ਦਾ ਪੂਰਾ ਹਾਲਟਨ ਹਿੱਲ ਏਰੀਆ ਬਰਲਿੰਗਟਨ ਤੋਂ ਲੈ ਕੇ ਤੇ ਇਸ ਇੱਧਰ ਤੱਕ ਸਾਰਾ, ਤੇ ਬੜੀ ਤੇਜ਼ ਹਵਾ ਚੱਲ ਰਹੀ ਆ। ਠੰਡ ਫੇਰ ਵਾਪਸ ਆ ਰਹੀ ਆ। ਲੋਕ ਗਰਮੀਆਂ ਦੀ ਉਡੀਕ ਕਰ ਰਹੇ ਆ, ਕੋਵਿਡ ਦੇ ਸਤਾਏ ਹੋਏ ਅੰਦਰ ਬੜੇ, ਤੇ ਹੁਣ ਲੋਕੀ ਸੋਚ ਰਹੇ ਸੀ ਕਿ ਗਰਮੀਆਂ ਆਉਣਗੀਆਂ ਤੇ ਆਪਾਂ ਥੋੜ੍ਹਾ ਜਿਹਾ ਨਿਕਲਾਂਗੇ ਯਾਰ, ਕਿ ਮੂੰਹ ਤੋਂ ਪੱਟੀਆਂ ਲਾਉਣ ਦਾ ਵੀ ਸਰਕਾਰ ਨੇ ਹੁਕਮ ਦੇ ਦਿੱਤਾ ਵੀ ਨਾ ਲਾਓ, ਲਾ ਲਓ ਹੁਣ ਕੋਈ ਗੱਲ ਨਹੀਂ। ਤੇ ਥੋੜ੍ਹਾ ਜਿਹਾ ਲੋਕੀ ਰਾਹਤ ਮਹਿਸੂਸ ਕਰ ਰਹੇ ਸੀ ਵੀ ਹੁਣ ਕੁਦਰਤ ਨੂੰ ਮਨਜ਼ੂਰ ਨਹੀਂ ਲੱਗਦਾ ਕਿ ਹਵਾ ਬਹੁਤ ਤੇਜ਼ ਚੱਲ ਰਹੀ ਹੈ, ਠੰਡ ਫੇਰ ਵਾਪਸ ਆ ਰਹੀ ਆ। ਵੇਖੋ ਜੀ, ਹਵਾ ਤੇਜ਼ ਚੱਲਦਿਆਂ ਤੇ ਮੈਂ ਆਪਣੇ ਕਮਰੇ 'ਚੋਂ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਉੱਤੋਂ ਖੜਾਕ ਜਿਹਾ ਸੁਣਦਾ ਆ, ਮਤਲਬ ਜਦੋਂ ਹਵਾ ਆਉਂਦੀ ਹੈ ਨਾ। ਤੇ ਇਹ ਦੇਖੋ ਜੀ, ਗੀਤ ਸੁਣਿਆ ਹੋਣਾ ਤੁਸੀਂ, ਇਹ ਕੁਦਰਤ ਦੇ ਰੰਗ ਹੋਏ ਬੰਦਿਆ, ਇਹ ਕੁਦਰਤ ਦੇ ਰੰਗ। ਹੁਣ ਸਿੰਗਲ ਡਿਜਿਟ ਹੋਇਆ, ਫਿਰ ਮੁੜ ਕੇ ਡਬਲ ਡਿਜਿਟ ਹੋ ਗਿਆ, ਹੁਣ ਫਿਰ 5-4 ਦਿਨ ਡਬਲ ਡਿਜਿਟ ਰਹਿਣਾ, ਮੁੜ ਕੇ ਫਿਰ ਸਿੰਗਲ ਡਿਜਿਟ ਹੋ ਜਾਣਾ। ਔਰ ਆਮ ਤੌਰ ਤੇ ਜਿਹੜੇ ਦੇਰ ਦੇ ਵੀ ਕੈਨੇਡਾ 'ਚ ਰਹਿੰਦੇ ਆ, ਉਹ ਦੱਸਦੇ ਆ ਵੀ ਅਪ੍ਰੈਲ ਦੇ ਹਿਸਾਬ ਨਾਲ ਇਹ ਅਬਨੋਰਮੈਲਿਟੀ ਆ, ਇੰਨੀ ਠੰਡ, ਇੰਨਾ ਜਿਹੜਾ ਇਸ ਕਿਸਮ ਦਾ ਮੌਸਮ ਆ ਉਹ ਨਹੀਂ ਰਹਿੰਦਾ। ਪਰ ਕੁਦਰਤ ਦੇ ਰੰਗ ਆ ਗਿੱਲ ਸਾਹਿਬ, ਆਪਾਂ ਇਹ 'ਚ ਕੀ ਕਰ ਸਕਦੇ ਆ? ਆਪਾਂ ਵਿਚਾਰ ਹੀ ਕਰ ਸਕਦੇ ਆ, ਫਿਕਰ ਹੀ ਕਰ ਸਕਦੇ ਆ। ਜੀ ਬਿਲਕੁਲ। ਤੇ ਦੂਜੇ ਪਾਸੇ ਭਾਰਤ ਜਿਹੜੇ ਗਏ ਨੇ ਘੁੰਮਣ ਫਿਰਨ ਜਾਂ ਛੁੱਟੀ ਲੈ ਕੇ ਜਾਂ ਇਹਨਾਂ ਦਿਨਾਂ ਦੇ ਵਿੱਚ, ਉਹ ਆਂਦੇ ਇੱਥੇ ਭੱਠੀ 'ਚ ਪੁੱਜ ਰਹੇ ਆ, ਉੱਥੇ ਬਹੁਤ ਬੁਰੀ ਤਰ੍ਹਾਂ ਦੀ ਗਰਮੀ ਪੈ ਰਹੀ ਆ। ਔਰ ਗਰਮੀ ਉੱਥੇ ਮਾਰਚ ਵਿੱਚ ਆ ਗਈ, ਜਿਹਦੇ ਨਾਲ ਐਰਕੀ ਜਿਹੜੀ ਪ੍ਰੋਡਕਸ਼ਨ ਆ ਵੀਟ ਦੀ, ਉੱਤੇ ਵੀ ਬਹੁਤ ਅਸਰ ਹੋਇਆ। ਨਹੀਂ, ਉਹ ਤੇ ਗਰਮੀ ਪਹਿਲਾਂ ਪੈਣ ਨਾਲ ਨਾ ਜੀ, ਮਾਰਚ ਦੇ ਵਿੱਚ ਦਾਣਾ ਜਿਹੜਾ ਉਹ ਬਹੁਤ ਪਤਲਾ ਰਹਿ ਗਿਆ, ਔਰ ਉਹਦੇ ਨਾਲ ਕਾਫੀ ਜਿਹੜੀ ਕੀਮਤ ਦੇ ਉੱਤੇ ਕੱਟ ਲੱਗ ਰਹੀ ਆ। ਤੇ ਉਹਦੇ 'ਚ ਪਤਾ ਲੱਗਾ ਵੀ ਪੰਜਾਬ ਸਰਕਾਰ ਕਿਸਾਨਾਂ ਨੂੰ ਇੱਕ ਰਾਹਤ ਇਹ ਦੇਣ ਲੱਗੀ ਆ ਕਿ ਉਹ ਪਰ ਕੁਇੰਟਲ ਸ਼ਾਇਦ 500 ਰੁਪਈਆ ਬੋਨਸ ਦੇਣ ਦੀ ਵਿਚਾਰ ਕਰ ਰਹੀ ਆ। ਅੱਜ ਮੈਂ ਸੁਣ ਰਿਹਾ ਸੀਗਾ, ਜਿਹੜੇ ਮਿਸਟਰ ਲਾਲਚੰਦ ਕਟਾਰੂ ਚੱਕ ਨੇ, ਸਿਵਲ ਸਪਲਾਈਜ਼ ਦੇ ਜਿਹੜੇ ਮੰਤਰੀ ਨੇ, ਉਹ ਇਹ ਗੱਲ ਕਰ ਰਹੇ ਸੀਗੇ। ਤੇ ਜਿਹੜੀ ਗਿੱਲ ਸਾਹਿਬ ਭਾਰਤ ਵਿੱਚ ਗਰਮੀ ਪੈਣ ਦੀ ਗੱਲ ਆ ਨਾ, ਉੱਥੇ ਵੱਡਾ ਕਾਰਨ ਇਹ ਆ ਕਿ ਸਾਡੇ ਵਹਿੰਦਿਆਂ ਪਹਿਲਾਂ ਤਾਂ ਕੰਸੋਲੀਡੇਸ਼ਨ ਜਿਹੜੀ ਹੋਈ ਸੀਗੀ 1957 ਦੇ ਵਿੱਚ, ਚੱਕਬੰਦੀ ਜਿਹਨੂੰ ਆਪਾਂ ਕਹਿੰਦੇ ਆ, ਤੇ ਉਦੋਂ ਬੜੇ ਦਰਖਤ ਵੱਢੇ ਗਏ ਸੀਗੇ, ਕਿਉਂਕਿ ਚੱਕਬੰਦੀ ਦੇ ਵਿੱਚ ਇੱਕ ਜ਼ਮੀਨ ਜਿਹੜੀ ਆ ਇੱਕ ਥਾਂ ਇਕੱਠੀ ਕਰਨ ਲਈ ਅਦਲਾ ਬਦਲੀ ਕਰਨੀ ਪੈਂਦੀ ਸੀਗੀ। ਤੇ ਜਿਨ੍ਹਾਂ ਨੇ ਦਰਖਤ ਲਾਏ ਸੀਗੇ, ਉਹਨਾਂ ਨੇ ਇਹ ਨਹੀਂ ਸੋਚਿਆ ਵੀ ਦਰਖਤ ਤਾਂ ਫਿਰ ਵੀ ਯਾਰ ਉਹ ਕੰਮ ਆਉਣੇ ਨੇ, ਉਹਨਾਂ ਨੇ ਉਹ ਦਰਖਤ ਜਿਹੜੇ ਉਹ ਵੱਢ ਲਏ ਸੀਗੇ। ਤੇ ਬਾਅਦ ਦੇ ਵਿੱਚ ਵਡਾਂਗਾ ਜਿਹੜਾ ਉਹ ਆ, ਜਿਹੜੀਆਂ ਸੜਕਾਂ ਬਣੀਆਂ ਆ ਨਾ, ਜਿਹੜੇ ਹਾਈਵੇ ਬਣੇ ਆ ਸੋ ਕਾਲਡ, ਉਹਨਾਂ ਨੇ ਸੜਕਾਂ ਦੇ ਕੰਢਿਆਂ ਤੋਂ ਦਰਖਤ ਵੱਢ ਤੇ ਲਾਏ, ਮੁੜ ਕੇ ਕਿਸੇ ਨੇ ਹੈ ਨਹੀਂ। ਮੈਨੂੰ ਯਾਦ ਆ ਵੀ ਬਚਪਨ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਤੇ ਬਿਜਲੀ ਉਦੋਂ ਆਉਂਦੀ ਨਹੀਂ ਸੀਗੀ, ਤੇ ਬਹੁਤੇ ਘਰ ਜਿਹੜੇ ਆ ਉਹ ਕੱਚੇ ਹੁੰਦੇ ਸੀਗੇ, ਤੇ ਲੋਕ ਪੱਖੀਆਂ ਨਾਲ ਝੱਲ ਮਾਰ ਕੇ ਗੁਜ਼ਾਰਾ ਕਰ ਲੈਂਦੇ ਸੀਗੇ। ਔਰ ਕੋਈ ਬਰਫ਼ ਨਹੀਂ ਹੁੰਦੀ ਸੀਗੀ, ਕੋਈ ਫਰਿੱਜ ਨਹੀਂ ਹੁੰਦੇ ਸੀਗੇ, ਤੇ ਖੂਹਾਂ ਦਾ ਪਾਣੀ, ਨਲਕਿਆਂ ਦਾ ਪਾਣੀ ਪੀ ਕੇ ਲੋਕ ਰਾਹਤ ਮਹਿਸੂਸ ਕਰ ਲੈਂਦੇ ਸੀਗੇ। ਤੇ ਹੁਣ ਪਿਛਲੇ ਕੋਈ 25-30 ਸਾਲ ਤੋਂ ਤਾਂ ਬਹੁਤ ਹੀ ਮਾੜਾ ਹਾਲ ਆ। ਐਰਕਾਂ ਹੀ ਨਹੀਂ ਗਰਮੀ ਪਈ, ਹਰ ਸਾਲ ਹੀ ਗਰਮੀ ਪੈਂਦੀ ਆ, ਤੇ ਲੋਕੀ ਤਰਾਹ ਕਰਦੇ ਆ। ਜਦੋਂ ਇੱਥੇ ਐਕਸਚੇਂਜ ਕਰੀਦਾ ਮੌਸਮ, ਪਈ ਸਾਡੇ ਤਾਂ ਜੀ ਅੱਜ 9 ਡਿਗਰੀ ਆ। ਵਾਹ ਬਈ ਵਾਹ, ਬੜੇ ਉਹਨਾਂ ਨੂੰ ਲੱਗਦਾ ਸਵਰਗ 'ਚ ਬੈਠੇ ਹੋ ਤੁਸੀਂ। ਜੀ ਸਭ ਇੱਕ ਬ੍ਰੇਕ ਲੈਂਦੇ ਆ, ਫਿਰ ਆਪਾਂ ਪੰਜਾਬ ਦੀਆਂ ਤੇ ਭਾਰਤ ਦੀਆਂ ਕੁਝ ਖਬਰਾਂ ਉੱਤੇ ਚਰਚਾ ਕਰਦੇ ਹਾਂ ਜੀ। ਖਬਰਾਂ ਤੇ ਪੈਣੀ ਨਿਗਾਹ ਰੱਖਦਾ